ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਨਜ਼ਰ ਕਰਨੀ ਹਜੂਰ, ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ को मोसो, भूल छिमो हमरी प्रभापन, भूलनहार कहाँ को मोसो। धन गुरु नानक साहब हजूर जी, किरपा करना दीन के दाते, मेरा गुणा गुण ना विचारो। वाहिगुरु जी का खालसा, वाहिगुरु जी की फतेह। सिद्धकोश की बाणी कुछ समय तो असी विचारते हाँ। ਇਹ ਨਿਰਾਲੀ ਬਾਣੀ ਦੇ ਦਰਸ਼ਨ ਹਰ ਘੜੀ ਸਾਡੇ ਲਈ ਇੱਕ ਨਵੇਂ ਦਰਸ਼ਨ ਪ੍ਰਗਟ ਕਰਦੇ ਨੇ, ਜਿਨ੍ਹਾਂ ਵਿੱਚ ਜੀਵਨ ਦੀ ਤਹਿਤੀਆਂ ਗੱਲਾਂ ਸਾਹਿਬ ਸਾਡੇ ਸਾਹਮਣੇ ਲਿਆ ਰਹੇ ਹਨ। ਯੋਗੀ ਸਾਹਿਬ ਨੂੰ ਪ੍ਰਸ਼ਨ ਪੁੱਛਦੇ ਹਨ ਜੀਵਨ ਬਾਰੇ, ਔਰ ਉਹਨਾਂ ਪ੍ਰਸ਼ਨਾਂ ਦੇ ਵਿੱਚ ਸਾਰੇ ਉੱਤਰ ਸ਼ਾਇਦ ਉਸ ਪਦ ਵਿੱਚ ਨਾ ਦਿੱਤੇ ਹੋਣ। ਪਿਛਲੇ ਕੁਝ ਪਦਿਆਂ ਵਿੱਚ ਸਾਹਿਬ ਇੱਕ ਗਹਿਨ ਵਿਚਾਰ ਪ੍ਰਗਟ ਕਰ ਰਹੇ ਹਨ। ਪਹਿਲਾਂ ਗੁਰਮੁਖ ਬਾਰੇ, ਉਸ ਤੋਂ ਬਾਅਦ ਨਾਮ ਦੇ ਬਾਰੇ। ਅਸੀਂ ਸਾਰੇ ਜੀਵਨ ਵਿੱਚ ਪਰਫੈਕਸ਼ਨ ਲੱਭਣ ਦਾ ਯਤਨ ਕਰਦੇ ਹਾਂ, ਜਿੱਥੇ ਸਾਰ ਹੈ, ਸਿਖਰ ਹੈ ਜੀਵਨ ਦਾ। ਜੀਵਨ ਦੀ ਤੈਅ ਵਿੱਚੋਂ ਸਾਨੂੰ ਕੀ ਉੱਤਮ ਲੱਭਦਾ ਹੈ, ਇਹਦਾ ਸਾਡਾ ਸਭ ਦਾ ਵਿਊ ਪੁਆਇੰਟ ਅਲੱਗ ਅਲੱਗ ਹੋ ਸਕਦਾ ਹੈ। ਪਰ ਹਜ਼ੂਰ ਨੇ ਗੁਰਮੁਖ ਦੇ ਵਿਆਖਿਆ ਰੱਖ ਕੇ ਸਾਨੂੰ ਇੱਕ ਸੋਚਣ ਦਾ ਸਮਾਂ ਦਿੱਤਾ ਹੈ। ਜੀਵਨ ਦੇ ਇੱਕ ਪਹਿਲੂ ਨੂੰ ਸਾਹਮਣੇ ਰੱਖ ਕੇ ਸਾਹਿਬ ਨੇ ਸਾਨੂੰ ਪ੍ਰੇਰਿਆ ਹੈ ਕਿ ਅਸੀਂ ਸਮਝੀਏ ਕਿ ਆਈਡੀਅਲੀ ਜੀਵਨ ਨੂੰ ਕੌਣ ਜਾਣਦਾ ਹੈ, ਆਈਡੀਅਲ ਹਿਊਮਨ ਬੀਇੰਗ ਕੌਣ ਹੈ। ਇੱਕ ਸੋਰਸ ਹੈ ਜਿੱਥੋਂ ਇੱਕ ਦਰਿਆ ਵਹਿੰਦਾ ਹੋਏ, ਉਸ ਸੋਰਸ ਦੇ ਵਿੱਚ ਜੋ ਨੇਚਰ ਹੋਏਗਾ ਪਾਣੀ ਦਾ, ਉਹ ਸਦਾ ਹੀ ਉਸ ਨਦੀ ਦੇ ਵਿੱਚ ਹਾਜ਼ਰ ਹੋਏਗਾ। ਇਸੇ ਤਰ੍ਹਾਂ ਅਗਰ ਜੀਵਨ ਨੂੰ ਇੱਕ ਬਹਾਵ ਸਮਝੀਏ ਤਾਂ ਇਹ ਜਿਹੜੇ ਆਈਡੀਅਲ ਪਰਸਨ ਹੈ, ਇਸ ਨੂੰ ਇਹਦਾ ਬਣਨ ਦਾ ਸੋਰਸ ਕਿੱਥੋਂ ਆ ਰਿਹਾ ਹੈ। ਉਸ ਸੋਰਸ ਨੂੰ ਸਾਹਿਬ ਨੇ ਨਾਮ ਕਿਹਾ ਹੈ। ਨਾਮ ਅਧਿਆਤਮ ਦੇ ਉਹ ਦਰਸ਼ਨ ਨੇ ਜਿਨ੍ਹਾਂ ਵਿੱਚ ਕਰਤਾ ਪੁਰਖ ਆਪ ਹਾਜ਼ਰ ਹੈ, ਔਰ ਹਉਮੈ ਦੀ ਦਰਸ਼ਨ ਨਹੀਂ ਉੱਥੇ ਹੁੰਦੇ ਹਨ। ਜੀਵਨ ਦੀ ਨਵਿਕਲੇਪਨ ਦੀ ਇੱਕ ਇਹੋ ਜਿਹੀ ਦ੍ਰਿਸ਼ਟੀ ਹੈ ਜਿੱਥੇ ਮੈਂ ਨਹੀਂ ਹਾਂ, ਹਉਮੈ ਨਹੀਂ ਹੈ, ਮਾਇਆ ਨਹੀਂ ਹੈ। ਨਾਮ ਦੇ ਇਹਨਾਂ ਪਦਿਆਂ ਦੇ ਵਿੱਚ ਸਾਹਿਬ ਨੇ ਸਾਨੂੰ ਜੀਵਨ ਦਾ ਸਤ ਪ੍ਰਗਟ ਕੀਤਾ ਹੈ, ਜਿਸ ਨੂੰ ਹਜ਼ੂਰ ਸਤਨਾਮ ਵੀ ਕਹਿੰਦੇ ਹਨ। ਦਰਅਸਲ ਇੱਕ ਪੱਖ ਤੋਂ, ਇੱਕ ਓਂਕਾਰ ਦੀ ਦ੍ਰਿਸ਼ਟੀ ਤੋਂ ਇੱਕੋ ਚੀਜ਼ ਸਤ ਹੈ ਦੁਨੀਆ ਵਿੱਚ, ਜਿਹੜੀ ਕਦੇ ਬਦਲਦੀ ਨਹੀਂ ਹੈ, ਔਰ ਉਹ ਕਰਤਾ ਪੁਰਖ ਆਪ ਹੈ। ਉਹਦਾ ਨਾਮ ਹੈ, ਉਹਦਾ ਸ਼ਬਦ ਹੈ। ਨਾਮ ਔਰ ਮਨ ਦੇ ਇਸ ਗੇੜ ਦੇ ਵਿੱਚ ਮੈਂ ਵੀ ਉਲਝ ਗਿਆ ਹਾਂ। ਮਨ ਮੈਨੂੰ ਰੰਗੀਲੇ ਦਰਸ਼ਨ ਕਰਾਉਂਦਾ ਹੈ। ਰੰਗ ਤੋਂ ਭਾਵ ਹੈ ਇੱਕ ਤੋਂ ਟੁੱਟ ਕੇ ਰੰਗ ਬਣਦੇ ਹਨ। ਜਿਹੜਾ ਚਿੱਟਾ ਰੰਗ ਹੈ ਉਹ ਐਬਸੋਲੂਟ ਰੰਗ ਹੈ, ਉਹਦੇ ਵਿੱਚ ਸਾਰੇ ਰੰਗ ਸੰਮਿਲਿਤ ਨੇ। ਪਰ ਜੇ ਲਾਈਟ ਨੂੰ ਅਸੀਂ ਪ੍ਰਿਜ਼ਮ ਤੋਂ ਤੋੜਦੇ ਹਾਂ ਤਾਂ ਫਿਰ ਸਭ ਰੰਗ ਬਣਦੇ ਹਨ। ਇਸੇ ਤਰ੍ਹਾਂ ਮੈਨੂੰ ਲੱਗਦਾ ਹੈ ਜਦੋਂ ਜੀਵਨ ਦੇ ਸੋਰਸ ਤੋਂ ਅਸੀਂ ਹਉਮੈ ਦੇ ਵਿੱਚੋਂ
ਨਾਮ ਨੂੰ ਕੱਢਦੇ ਹਾਂ ਤਾਂ ਮਨ ਦੇ ਰੰਗ ਬਣਦੇ ਹਨ। ਅਨੇਕਾਂ ਹੀ ਰੰਗ ਹਨ ਜੋ ਮੇਰੇ ਮਨ ਵਿੱਚ ਹਾਜ਼ਰ ਹਨ, ਜਿਨ੍ਹਾਂ 'ਚੋਂ ਮੈਂ ਜੀਵਨ ਦੇ ਰਸ ਨੂੰ ਜੀਂਦਾ ਹਾਂ ਔਰ ਜੀਵਨ ਇੱਕ ਬਹਾਵ ਦੀ ਤਰ੍ਹਾਂ ਚੱਲਦਾ ਰਹਿੰਦਾ ਹੈ। ਮੈਂ ਉਹਨਾਂ ਰੰਗਾਂ ਨੂੰ ਹੀ ਸੱਚ ਜਾਣਦਾ ਹਾਂ, ਕਿਉਂਕਿ ਉਹਨਾਂ ਰੰਗਾਂ ਦੇ ਵਿੱਚ ਮੈਂ ਜੀਵਨ ਦੇ ਰਸ ਨੂੰ ਜਾਣਿਆ ਹੈ। ਪਰ ਮੈਂ ਇਹ ਨਹੀਂ ਜਾਣਦਾ ਕਿ ਇਹ ਰੰਗ ਇੱਕੋ ਜੋਤ ਤੋਂ ਬਣੇ ਹਨ। ਇਹ ਦਿਖਣ ਵਿੱਚ ਅਲੱਗ-ਅਲੱਗ ਰੰਗ ਹਨ, ਪਰ ਇਹਨਾਂ ਦਾ ਪ੍ਰਕਾਸ਼, ਇਹਨਾਂ ਦਾ ਸੋਰਸ ਇੱਕ ਜੋਤ, ਇੱਕ ਲਾਈਟ ਹੀ ਹੈ। ਇਹ ਭੁਲੇਖਾ ਸਾਡੇ ਸਾਰਿਆਂ ਦੇ ਜੀਵਨ ਵਿੱਚ ਉਤਰ ਜਾਂਦਾ ਹੈ। ਇਸ ਨੂੰ ਸਾਹਿਬ ਨੇ ਇੱਕ ਤਰ੍ਹਾਂ ਦੀ ਮੂਰਛਾ ਕਿਹਾ ਹੈ, ਅਨਅਵੇਅਰਨੈਸ, ਇੱਕ ਸਪਿਰਿਚੁਅਲ ਡੈਥ ਕਿਹਾ ਹੈ। ਜਿੱਥੇ ਸਪਿਰਿਟ ਬਾਰੇ ਮੈਂ ਅਵੇਅਰ ਨਹੀਂ ਹਾਂ, ਫਿਜ਼ੀਕਲ ਨੂੰ ਰਿਐਲਿਟੀ ਜਾਣ ਕੇ ਇੱਕ ਆਦ ਔਰ ਅੰਤ ਦੇ ਖੇਡ ਦੇ ਅੰਦਰ ਹੀ ਜੀਵਨ ਨੂੰ ਜਾਣਦਾ ਹਾਂ, ਫਿਰ ਮੈਨੂੰ ਕਹਾਣੀਆਂ ਸੁਝਣ ਲੱਗ ਪੈਂਦੀਆਂ ਹਨ। ਕੋਈ ਮਰਦਾ ਨਹੀਂ ਹੈ, ਸਭ ਸਦਾ ਲਈ ਜੀਂਦੇ ਹਾਂ। ਇਹ ਸੋਚ ਕੇ ਮੈਂ ਆਪਣਾ ਪੂਰਾ ਜੀਵਨ ਦਾ ਸਮਾਂ ਕੱਢ ਦਿੰਦਾ ਹਾਂ। ਇਹੀ ਥਾਟ ਮੈਨੂੰ ਸ਼ਾਇਦ ਸਕੂਨ ਦਿੰਦੀ ਹੈ ਕਿ ਮੈਂ ਤੇ ਨਹੀਂ ਮਰਨਾ ਹੈ। ਪਰ ਇਹ ਗੱਲ ਮੈਨੂੰ ਲੱਗਦਾ ਹੈ ਬਹੁਤ ਝੂਠ ਹੈ। ਮੈਂ ਮਰੇਗਾ, ਮੈਂ ਦਾ ਮਤਲਬ ਹੰਕਾਰ ਨੇ ਮਰਨਾ ਹੈ, ਹਉਮੈ ਨੇ, ਮੇਰੀ ਆਈਡੈਂਟਿਟੀ ਨੇ ਮਰਨਾ ਹੈ। ਮੇਰੇ ਕੋਲ ਸਿਰਫ ਦੋ ਹੀ ਆਪਸ਼ਨਸ ਰਹਿ ਜਾਂਦੀਆਂ ਹਨ। ਇਸ ਹਉਮੈ ਦੀ ਆਈਡੈਂਟਿਟੀ ਨੂੰ ਤਿਆਗ ਕੇ, ਅਰਪਣ ਕਰਕੇ ਗੁਰੂ ਅੱਗੇ ਇੱਕ ਨਵੀਂ ਆਈਡੈਂਟਿਟੀ ਜਾਣ ਲਵਾਂ, ਆਪਣੇ ਜੀਂਦੇ ਜੀ। ਇਸ ਨੂੰ ਸਾਹਿਬ ਨੇ ਮਰ ਜੀਵੜਾ ਕਿਹਾ ਹੈ, ਜੋ ਜੀਂਦੇ ਜੀ ਮਰ ਗਿਆ ਹੈ। ਇੱਕ ਬੜੀ ਪੁਰਾਤਨ ਕਥਾ ਹੈ, ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਚੀਜ਼ ਸਾਡੇ ਤੋਂ ਸੰਭਾਲੀ ਨਹੀਂ ਜਾਂਦੀ, ਅਸੀਂ ਉਹਨੂੰ ਅਰਪਣ ਕਰ ਦਈਏ ਦੂਸਰੇ ਅੱਗੇ ਤਾਂ ਉਹ ਬਚ ਜਾਂਦੀ ਹੈ। ਸਾਨੂੰ ਕਈ ਇਹੋ ਜਿਹੀਆਂ ਕਹਾਣੀਆਂ ਯਾਦ ਆਉਣਗੀਆਂ ਜਦੋਂ ਕਿਸੇ ਦੇ ਘਰ ਵਿੱਚ ਸ਼ਿਸ਼ੂ ਨਹੀਂ ਹੁੰਦਾ ਹੈ ਤੇ ਉਹ ਕਹਿੰਦੇ ਹਨ ਸਾਧੂ ਨੂੰ, ਤਾਂ ਉਹ ਕਹਿੰਦਾ ਹੈ ਠੀਕ ਹੈ, ਮੈਂ ਅਰਦਾਸ ਕਰਾਂਗਾ, ਪਰ ਇਹ ਫਿਰ ਮੈਨੂੰ ਅਰਪਣ ਕਰਨਾ ਹੋਏਗਾ। ਇਹ ਥਾਟ ਪ੍ਰੋਸੈਸਿਸ ਜਿਹੜੀਆਂ ਹਨ, ਇਹਨਾਂ ਦਾ ਫੰਡਾਮੈਂਟਲ ਥਾਟ ਇਹੀ ਹੈ ਕਿ ਮਨ ਨੂੰ ਅਸੀਂ ਨਹੀਂ ਸੰਭਾਲ ਪਾਉਂਦੇ। ਇਹ ਸਾਨੂੰ, ਸਾਡੇ ਜੀਵਨ ਨੂੰ ਔਰ ਸਾਨੂੰ ਇੱਕ ਤਰ੍ਹਾਂ ਦੇ ਇਹੋ ਜਿਹੇ ਮਾਰਗ 'ਤੇ ਲਿਜਾ ਰਿਹਾ ਹੈ ਜਿੱਥੇ ਕੋਈ ਸੋਲਿਊਸ਼ਨਸ ਨਹੀਂ ਹਨ, ਜਿੱਥੇ ਇੱਕ ਤਰ੍ਹਾਂ ਦਾ ਅੰਤ ਹੈ। ਹਜ਼ੂਰ ਨੇ ਨਾਮ ਦੀ ਗੱਲ ਚਲਾ ਕੇ ਸਾਨੂੰ ਇਹ ਦੱਸਿਆ ਹੈ ਕਿ ਨਾਮ ਇੱਕ ਰਸਤਾ ਹੈ, ਜਿਸ ਰਸਤੇ 'ਤੇ ਟੁਰ ਕੇ ਅਸੀਂ ਇਸ ਮਨ ਨੂੰ ਅਰਪਣ ਕਰ ਸਕਦੇ ਹਾਂ, ਇਸ ਮਨ ਦੇ ਪਾਰ ਜਾ ਸਕਦੇ ਹਾਂ, ਇਹਦੇ ਬੰਧਨ ਤੋਂ ਮੁਕਤ ਹੋ ਕੇ ਇਹਦੇ ਸੱਤ ਵਿੱਚ ਅਸੀਂ ਜੀ ਸਕਦੇ ਹਾਂ। ਅੱਜ ਦਾ ਪਦਾ 34ਵਾਂ ਪਦਾ ਹੈ। ਇਹ ਹੁਣ ਨਾਮ ਤੋਂ ਅੱਗੇ ਦੀ ਗੱਲ ਆਰੰਭ ਕਰੇਗਾ। ਇੱਕ ਜਰਨੀ 'ਤੇ ਚੱਲ ਰਹੇ ਹਾਂ ਅਸੀਂ, ਜਿਹਦੇ 'ਚ ਸਾਹਿਬ ਸਾਨੂੰ ਜੀਵਨ ਸਮਝਾ ਰਹੇ ਹਨ, ਸਾਡੇ ਮਨ ਬਾਰੇ ਸਮਝਾਇਆ ਹੈ ਸਾਨੂੰ ਕਿ ਕਿਵੇਂ ਜੀਵਨ ਵਿੱਚ ਜੀਂਦੇ ਹੋਏ ਨਿਰਲੇਪ ਹੋ ਕੇ ਰਹਿ ਸਕਦੇ ਹਾਂ। ਸਮਝਾਇਆ ਹੈ ਕਿ ਭ੍ਰਮਣ ਤੋਂ ਸ਼ਾਂਤ ਹੋ ਜਾਣਾ ਹੀ ਮਨ ਦਾ ਠਹਿਰਾਵ ਹੈ ਔਰ ਉੱਥੇ ਹੀ ਸੱਚ ਉਪਜੇਗਾ, ਨਹੀਂ ਤਾਂ ਅਸੀਂ ਝੂਠ ਦੇ ਵਿੱਚ ਰਵਾਂਗੇ। ਝੂਠ ਤੋਂ ਭਾਵ ਸਮੇਂ ਦੇ ਅੰਦਰ, ਸਮੇਂ ਨਾਲ ਉਪਜਿਆ ਔਰ ਸਮੇਂ ਦੇ ਵਿੱਚ ਖਤਮ ਹੋ ਗਿਆ। ਇਹ ਦੂਸਰੀ ਰਿਐਲਿਟੀ ਜਿਹੜੀ ਸਾਹਿਬ ਨੇ ਸਾਨੂੰ ਦੱਸੀ ਹੈ,
ਇਹਦੇ ਵਿੱਚ ਸਾਹਿਬ ਨੇ ਨਾਮ ਦੀ ਗੱਲ ਨੂੰ ਸਾਡੇ ਨਾਲ ਚਲਾਇਆ ਹੈ, ਔਰ ਇਸ ਰਿਐਲਿਟੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਜੁੜਦੇ ਹਾਂ ਔਰ ਕੀ ਅੱਗੇ ਦੀ ਕਥਾ ਚੱਲਦੀ ਹੈ, ਇਹ ਹਜ਼ੂਰ ਹੁਣ ਇਸ ਬਾਣੀ ਵਿੱਚ ਅੱਗੇ ਚਲਾਉਣਗੇ। ਕੱਲ੍ਹ ਦੇ ਪਦੇ ਵਿੱਚ ਸਾਹਿਬ ਨੇ ਨਾਮ ਦੀ ਗੱਲ ਚਲਾਉਂਦੇ ਹੋਏ ਨਾਮ ਨੂੰ ਇੱਕ ਸਿਖਰ 'ਤੇ ਲਿਆ ਕੇ ਸਾਨੂੰ ਪੇਸ਼ ਕੀਤਾ ਹੈ, ਜਿੱਥੇ ਨਾਮ ਹੀ ਸਿੱਧਾਂ ਦੀ ਗੋਸ਼ਟੀ ਵਿੱਚ ਹੈ। ਨਾਮ ਕਰਕੇ ਹੀ ਜੀਵਨ ਦੇ ਕਰਤਾ ਪੁਰਖ ਨੂੰ ਮਿਲਿਆ ਜਾ ਸਕਦਾ ਹੈ। ਸਦਾ ਸ਼ਬਦ ਵੀ ਸਾਡੇ ਅੱਗੇ ਪੇਸ਼ ਕਰਤਾ ਹੈ। ਨਾਮ ਰਤੇ ਸਦਾ ਤਪ ਹੋਏ, ਸਦਾ ਤੋਂ ਭਾਵ ਹੈ ਸਮੇਂ ਤੋਂ ਪਰੇ। ਨਾਮ ਰਤੇ ਸਚ ਕਰਨੀ ਸਾਰ, ਨਾਮ ਰਤੇ ਗੁਣ ਗਿਆਨ ਵਿਚਾਰ, ਬਿਨ ਨਾਮੇ ਬੋਲੇ ਸਭ ਬੇਕਾਰ। ਨਾਨਕ ਨਾਮ ਰਤੇ ਤਿਨ ਕੋ ਜੈਕਾਰ। ਸਾਹਿਬ ਕਿਹਨਾਂ ਨੂੰ ਪਰਫੈਕਸ਼ਨ ਵੱਲ ਲਿਜਾ ਰਹੇ ਹਨ, ਕਿਹਨਾਂ ਜਨਾਂ ਨੂੰ ਕਹਿ ਰਹੇ ਹਨ ਕਿ ਇਹਨਾਂ ਨੂੰ ਸ਼ਾਬਾਸ਼ ਹੈ ਜੀਵਨ ਬਾਰੇ। ਉਹਨਾਂ ਦੀ ਗੱਲ ਵੀ ਚਲਾ ਰਹੇ ਹਨ ਕਿ ਉਹਨਾਂ ਨੂੰ ਜੈਕਾਰ ਹੈ ਜਿਹੜੇ ਨਾਮ ਦੇ ਵਿੱਚ ਜੀਂਦੇ ਹਨ। ਗੁਰਮੁਖ ਦੀ ਕਈ ਪਦਿਆਂ ਦੇ ਵਿੱਚ ਅਸੀਂ ਵਿਚਰੇ ਹਾਂ। ਸਾਹਿਬ ਨੇ ਸਾਨੂੰ ਦਰਸ਼ਨ ਕਰਾਏ ਹਨ ਕਿ ਕਿੱਥੋਂ ਉਪਜਦਾ ਹੈ ਇਨਸਾਨ, ਕਿੱਥੋਂ ਜੀਵਨ ਆਉਂਦਾ ਹੈ, ਕਹਾਂ ਤੇ ਆਵੇ ਕਹਾਂ ਐ ਜਾਵੇ, ਕਹਾਂ ਐ ਰਹੇ ਸਮਾਈ। ਸਾਹਿਬ ਨੇ ਇਹਨਾਂ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਕਿਵੇਂ ਜਨਮ, ਧਰਮ ਦਾ ਜਨਮ ਕਿੱਥੋਂ ਹੁੰਦਾ ਹੈ। ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਇੱਕ ਸਪਿਰਿਚੁਅਲ ਜੀਵਨ ਮਿਲਿਆ ਹੈ ਜਿੱਥੋਂ ਆਵਾਗਮਨ ਮਿਟ ਗਿਆ, ਭਟਕਣਾ ਮਿਟ ਗਈ, ਸਰਚ ਖਤਮ ਹੋ ਗਈ, ਅਰਾਈਵ ਹੋ ਗਏ। ਅਨਹਦ ਰਾਤੇ ਇਹ ਮਨ ਲਾਇਆ। ਇਸ ਮਨ ਨੂੰ ਕਿੱਥੇ ਲਗਾਉਣਾ ਹੈ। ਮਨਸਾ ਆਸਾ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਤਰ ਪਾਈ। ਤ੍ਰੈ ਗੁਣ ਮੇਟੇ ਖਾਈਏ ਸਾਰ, ਨਾਨਕ ਤਾਰੇ ਤਾਰਨਹਾਰ। ਇਹੋ ਜਿਹੇ ਗਹਿਰ ਗੰਭੀਰ ਇਸ਼ੂਜ਼ ਨੂੰ ਡਿਸਕਸ ਕਰਦੇ ਹੋਏ ਸਾਹਿਬ ਇਸ ਬਾਣੀ ਵਿੱਚ ਸਾਨੂੰ ਇਨਵਾਈਟ ਕਰਦੇ ਹਨ। ਅੱਜ 34ਵਾਂ ਪਦਾ ਸਾਡੇ ਸਾਹਮਣੇ ਦਰਸ਼ਨ ਹੋ ਰਿਹਾ ਹੈ। ਰਹਾਉ ਦੀ ਤੁਕ ਨਾਲ ਇਸ ਨੂੰ ਵਿਚਾਰਨਾ ਸ਼ੁਰੂ ਕਰੀਏ। ਕੋਈ ਵੀਰ ਭੈਣ ਇਹ ਪਦਾ ਪੜ੍ਹ ਦੇਣ, ਫਿਰ ਇਸ 'ਤੇ ਉਤਰੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋ ਜੁਗਤ ਸਚ ਰਹਿ ਸਮਾਏ। 12 ਮੈਂ ਜੋਗੀ ਫਰਮਾਏ, ਸੰਨਿਆਸੀ 6 4। ਗੁਰ ਕੈ ਸ਼ਬਦ ਜੋ ਮਰ ਜੀਵੈ, ਸੋ ਪਾਏ ਮੋਖ ਦੁਆਰ। ਬਿਨ ਸ਼ਬਦੈ ਸਭ ਦੂਜੈ ਲਾਗੇ, ਦੇਖੋ ਹਿਰਦੈ ਵਿਚਾਰ। ਨਾਨਕ ਵੱਡੇ ਸੇ ਵਡਭਾਗੀ, ਜਿਨੀ ਸੱਚ ਰੱਖਿਆ ਉਰਧਾਰ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਭਵੀਐ ਸੱਚ ਸੋਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਭ੍ਰਮਣ ਤੋਂ ਕੀ ਮਿਲਦਾ ਹੈ ਅਗਰ ਸੱਚ ਦੇ ਨੇੜੇ ਨਹੀਂ ਜਾਵਾਂਗੇ, ਔਰ ਸੱਚੇ ਸ਼ਬਦ ਦੇ ਬਿਨਾਂ ਬੰਧਨ ਵਿੱਚ ਰਵਾਂਗੇ। ਜੀਵਨ ਵਿੱਚ ਬੰਧਨ ਕੀ ਹੈ? ਮੈਂ ਇਹ ਸੋਚ ਕੇ ਜੀਵਨ ਵਿੱਚ ਉਤਰਦਾ ਹਾਂ ਕਿ ਮੈਂ ਜੀਵਨ ਨੂੰ ਜਾਣਦਾ ਹਾਂ। ਆਪਣੇ ਜੀਵਨ ਵਿੱਚ ਉਤਰਦਾ ਹੋਇਆ ਮੈਂ ਉਸ ਤਰਫ ਜਾਂਦਾ ਹਾਂ ਜਿੱਥੇ ਮੈਨੂੰ ਜਾਂ ਤਾਂ ਆਵਾਜ਼ ਆਉਂਦੀ ਹੈ ਜਾਂ ਕੁਝ ਦਿਖਦਾ ਹੈ, ਜਾਂ ਕੋਈ ਮੈਨੂੰ ਕਹਿੰਦਾ ਹੈ ਕਿ
ਇਹ ਠੀਕ ਜਗ੍ਹਾ ਜਾਣ ਦੀ ਹੈ ਜੀਵਨ ਦੀ। ਅਸੀਂ ਜੀਵਨ ਵਿੱਚ ਉਸ ਪਾਸੇ ਨੂੰ ਬਹਿਣਾ ਸ਼ੁਰੂ ਕਰ ਦਿੰਦੇ ਹਾਂ ਜਿੱਥੇ ਸਾਨੂੰ ਲੱਗਦਾ ਹੈ ਸਾਡਾ ਸੁੱਖ ਹੈ। ਉਹਨਾਂ ਐਕਸਪੀਰੀਅੰਸਿਸ ਨੂੰ ਸੰਸਕਾਰ ਰੂਪੀ ਬਾਰ-ਬਾਰ ਦੁਹਰਾਉਂਦੇ ਹਾਂ ਜਿਨ੍ਹਾਂ ਤੋਂ ਸਾਨੂੰ ਸਾਡੇ ਸੁੱਖ ਦੀ ਉਮੀਦ ਹੈ। ਔਰ ਇਹ ਗਿਆਨ ਮੈਨੂੰ ਸਿਰਫ ਜਾਂ ਉਹਨਾਂ ਤੋਂ ਮਿਲਦਾ ਹੈ ਜਿਨ੍ਹਾਂ ਨੂੰ ਇਹ ਸੋਚ ਹੈ ਜਿਨ੍ਹਾਂ ਦੀ ਕਿ ਉਹ ਦੇਖਦੇ ਹਨ ਇਸ ਨੂੰ, ਉਹ ਜਾਣਦੇ ਹਨ। ਜਾਂ ਫਿਰ ਮੈਂ ਆਪਣੀ ਅੱਖਾਂ ਦੇ ਔਰ ਸੈਂਸਸ ਦੇ ਭਰੋਸੇ ਇਹ ਜੱਜਮੈਂਟ ਕਰਦਾ ਹਾਂ। ਪਰ ਕੀ ਮੇਰੀ ਸੈਂਸਸ ਨੂੰ, ਮੇਰੀ ਇੰਦਰੀਆਂ ਨੂੰ ਇਹ ਗਿਆਨ ਹੈ ਕਿ ਮੇਰਾ ਭਲਾ ਕਿੱਥੇ ਹੈ? ਜਾਂ ਇੱਕ ਭੁਲੇਖੇ ਦੇ ਵਿੱਚ ਮੈਨੂੰ ਖਿੱਚ ਕੇ ਲੈ ਜਾਂਦੀਆਂ ਹਨ ਜਿਸ ਪਾਸੇ ਮੈਨੂੰ ਦਿਖਦਾ ਹੈ ਜ਼ਿਆਦਾ ਚਮਕ ਦਮਕ ਹੈ, ਜ਼ਿਆਦਾ ਸ਼ੋਰ ਹੈ, ਸੋਹਣਾ ਦਿਖਦਾ ਹੈ। ਮੇਰੇ ਮਨ ਨੂੰ ਇੰਦਰੀਆਂ ਕਾਬੂ ਕਰ ਲੈਂਦੀਆਂ ਹਨ ਔਰ ਮੇਰੀ ਇਹ ਇਟਰਨਲ ਸਰਚ ਉਸ ਸੁੱਖ ਦੀ ਇੱਕ ਡਿਜ਼ਾਇਰ ਦੇ ਰੂਪ ਵਿੱਚ ਪ੍ਰਗਟ ਹੋ ਜਾਂਦੀ ਹੈ ਔਰ ਮੈਂ ਬੰਨਿਆ ਜਾਂਦਾ ਹਾਂ। ਮੈਂ ਬੰਨਿਆ ਆਪਣੇ ਆਪ ਦੇ ਕਰਮਾਂ ਕਰਕੇ ਹੀ ਹਾਂ। ਇਸ ਕਰਕੇ ਸਾਹਿਬ ਕਹਿੰਦੇ ਹਨ ਕਿ ਇਹਦੇ ਵਿੱਚ ਆਪਣੇ ਕਰਮਾਂ ਨੂੰ ਹੀ ਦੋਸ਼ ਦੇਣਾ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਅਗਰ ਮੈਂ ਆਪਣੇ ਹੀ ਇੰਦਰੀਆਂ ਦੇ ਭਰੋਸੇ ਵਿੱਚ ਆਕਰ ਗਲਤ ਜੱਜਮੈਂਟ ਕਰ ਰਿਹਾ ਹਾਂ ਤਾਂ ਫਿਰ ਇਹ ਸਹੀ ਜੱਜਮੈਂਟ ਹੋਏਗੀ ਕਿਸ ਤਰ੍ਹਾਂ? ਮੈਨੂੰ ਮਾਰਗ ਮਿਲੇਗਾ ਕਿਵੇਂ? ਹਜ਼ੂਰ ਨੇ ਸਾਡੇ ਨਾਲ ਇੱਕ ਵਾਰਤਾਲਾਪ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਜੀਵਨ ਦੇ ਡਾਊਟਸ ਯੋਗੀਆਂ ਦੇ ਡਾਇਲੌਗ ਦੇ ਜ਼ਰੀਏ ਸਾਹਮਣੇ ਰੱਖੇ ਹਨ। ਇਹੀ ਸਮਝਾਉਣ ਵਾਸਤੇ ਕਿ ਜੀਵਨ ਨੂੰ ਸਮਝਣਾ ਵਾਸਤੇ ਜੀਵਨ ਨੂੰ ਵਿਚਾਰਨਾ ਪਏਗਾ, ਆਪਣੇ ਅੰਤਰਮਨ ਨੂੰ ਟਟੋਲਣਾ ਪਏਗਾ। ਇਸੇ ਤਰ੍ਹਾਂ ਇਹਨਾਂ ਵਿਚਾਰਾਂ ਵਿੱਚ ਉਤਰਦੇ ਹੋਏ ਸਾਹਿਬ ਨੇ ਸਾਡੇ ਅੱਗੇ ਨਾਮ ਦੀ ਗੱਲ ਚਲਾਈ ਹੈ ਔਰ ਮੁੱਢਲੇ ਰਹਾਉ ਦੀ ਤੁਕ ਵਿੱਚ ਸ਼ਬਦ ਦੀ ਗੱਲ ਦੀ ਵਿਚਾਰ ਸ਼ੁਰੂ ਤੋਂ ਚਲਾਉਂਦੇ ਹਨ। ਸ਼ਬਦ ਕੀ ਹੈ? ਮੈਂ ਪਹਿਲਾਂ ਵਿਚਾਰ ਚੁੱਕਿਆ ਹਾਂ। ਅਗਰ ਜੀਵਨ ਵਿੱਚ ਕੁਝ ਔਖਾ ਹੈ ਦੱਸਣਾ ਤਾਂ ਉਹ ਨਾਮ ਦੀ ਗੱਲ ਡਿਫਾਈਨ ਕਰਨਾ ਪੋਸੀਬਲ ਨਹੀਂ ਹੈ। ਇਸੇ ਤਰ੍ਹਾਂ ਸ਼ਬਦ ਨੂੰ ਡਿਫਾਈਨ ਕਰਨਾ ਪੋਸੀਬਲ ਨਹੀਂ ਹੈ। ਇਸੇ ਤਰ੍ਹਾਂ ਹੁਕਮ ਨੂੰ ਡਿਫਾਈਨ ਕਰਨਾ ਵੀ ਪੋਸੀਬਲ ਨਹੀਂ ਹੈ। ਔਰ ਇਹ ਸਭ ਹੁਕਮ ਹੈ। ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਜੀਵਨ ਦਾ ਅਗਰ ਕੋਈ ਤੋੜ ਹੈ, ਹਉਮੈ ਅਗਰ ਇੱਕ ਦੀਵਾਰ ਦੀ ਤਰ੍ਹਾਂ ਮੇਰੇ ਸਾਹਮਣੇ ਖੜੀ ਹੈ ਤਾਂ ਉਹਦਾ ਤੋੜ ਹੁਕਮ ਨੂੰ ਜਾਣਨਾ ਹੈ ਔਰ ਹੁਕਮ ਨਾਮ ਹੈ। ਅਗਰ ਮੈਂ ਇਹਨਾਂ ਚੀਜ਼ਾਂ ਨੂੰ ਸਮਝ ਕੇ ਵਿਚਾਰਾਂਗਾ ਨਹੀਂ ਤੇ ਇੱਕ ਸ਼ਬਦ ਦੂਸਰੇ ਨੂੰ ਰਿਪਲੇਸ ਹੁੰਦਾ ਜਾਏਗਾ। ਮੈਨੂੰ ਫਿਰ ਵੀ ਸਮਝ ਨਹੀਂ ਆਏਗੀ ਕਿ ਜਾਣਾ ਕਿੱਥੇ ਹੈ। ਹੁਕਮ, ਨਾਮ, ਸ਼ਬਦ। ਅੱਜ ਦੇ ਪਦੇ ਵਿੱਚ ਇੱਕ ਇਹੋ ਜਿਹਾ ਹੀ ਹੋਰ ਕਨਸੈਪਟ ਸਾਹਿਬ ਨੇ ਸਾਡੇ ਮੂਹਰੇ ਰੱਖ ਦਿੱਤਾ ਹੈ। ਨਾਮ ਦੀ ਗੱਲ ਚਲਾ ਕੇ, ਨਾਮ ਸਾਨੂੰ ਸਮਝਾ ਕੇ ਸਾਹਿਬ ਨੇ ਨਾਮ ਦੀ ਅਹਿਮੀਅਤ ਦੱਸੀ ਹੈ ਔਰ ਹੁਣ ਅੱਜ ਸਾਨੂੰ ਇਹ ਦੱਸ ਰਹੇ ਹਨ ਕਿ ਇਹ ਨਾਮ ਕਿੱਥੋਂ ਮਿਲੇਗਾ। ਸ਼ਬਦ ਔਰ ਨਾਮ ਦੇ ਵਿੱਚ ਰਚਿਆ ਔਰ ਰਤੇ ਇਸ ਬਾਣੀ ਨੂੰ ਅਸੀਂ ਹਰ ਮੋੜ ਤੇ ਇਹਨਾਂ ਸ਼ਬਦਾਂ ਦੇ ਸਾਹਮਣੇ ਆ ਜਾਂਦੇ ਹਾਂ। ਗਿਆਨੀਆਂ ਨੇ ਸ਼ਬਦ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਗੁਰਬਾਣੀ ਨੂੰ ਸ਼ਬਦ ਸਮਝਾਉਣਾ ਸੌਖਾ ਲੱਗਦਾ ਹੈ ਕਿਉਂਕਿ ਸਾਹਿਬ ਨੇ ਇਹ ਬੜਾ ਉਪਰਾਲਾ ਕਰਕੇ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਹਾਜ਼ਰ ਕੀਤੇ ਹਨ, ਪੇਸ਼ ਕੀਤੇ ਹਨ ਔਰ ਸਾਨੂੰ ਗੁਰੂ ਦੇ ਲੜ ਨਾਲ ਜੋੜਿਆ ਹੈ। ਗੁਰਬਾਣੀ ਸ਼ਬਦ ਹੈ।
ਪਰ ਜਿਸ ਤਰ੍ਹਾਂ ਨਿਰੰਕਾਰ ਦੀ ਅਨੇਕ ਡਾਇਮੈਂਸ਼ਨਸ ਹਨ, ਸ਼ਬਦ ਵੀ ਨਿਰੰਕਾਰ ਦਾ ਪ੍ਰਗਟਾਵਾ ਹੈ। ਇਸ ਦੀ ਵੀ ਬੇਅੰਤ ਡਾਇਮੈਂਸ਼ਨਸ ਹਨ। ਤਾਂ ਸ਼ਬਦ ਔਰ ਨਾਮ ਇੱਕੋ ਚੀਜ਼ ਹੈ, ਜਿਸ ਨੂੰ ਅਸੀਂ ਰੱਬ ਕਹਿੰਦੇ ਹਾਂ, ਨਿਰੰਕਾਰ ਕਹਿੰਦੇ ਹਾਂ, ਕਰਤਾ ਪੁਰਖ ਕਹਿੰਦੇ ਹਾਂ, ਉਹ ਵੀ ਸ਼ਬਦ ਹੀ ਹੈ। ਇਹ ਗੁਰਬਾਣੀ ਇੱਕ ਉਪਦੇਸ਼ ਦੀ ਤਰ੍ਹਾਂ ਸਾਡੇ ਸਾਹਮਣੇ ਵੀ ਆਈ ਹੈ। ਇਸ ਕਰਕੇ ਸ਼ਬਦ ਇੱਕ ਉਪਦੇਸ਼ ਵੀ ਹੈ ਜੋ ਹਰ ਜਗ੍ਹਾ ਹਾਜ਼ਰ ਹੈ, ਜਿਹਦਾ ਕੋਈ ਅੰਤ ਨਹੀਂ ਹੈ। ਸਮੇਂ ਦੇ ਵਿੱਚ ਵੀ ਹੈ ਔਰ ਸਮੇਂ ਦੇ ਬਾਹਰ ਵੀ ਹੈ। ਅਖੀਰ ਵਿੱਚ ਸਾਹਿਬ ਨੇ ਜਦੋਂ ਸਾਹਿਬ ਨਾਲ ਵਿਚਾਰਦੇ ਹੋਏ ਜਦੋਂ ਅਸੀਂ ਸ਼ਬਦ ਦੇ ਵਿੱਚ ਉਤਰਦੇ ਹਾਂ, ਤਾਂ ਅਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਇਹ ਜੁਗਤ ਹੈ, ਇਹ ਮੈਥਡ ਹੈ। ਇਸ ਦੇ ਰਾਹੀਂ ਅਸੀਂ ਇਸ ਜੀਵਨ ਦੀ ਉਲਝਣਾਂ ਚੋਂ ਨਿਕਲ ਸਕਦੇ ਹਾਂ। ਇਹ ਗੱਲ ਜਾਣਨੀ ਬੜੀ ਜ਼ਰੂਰੀ ਹੈ ਸਾਨੂੰ। ਸ਼ਬਦ ਦੇ ਕਰਕੇ ਸਾਨੂੰ ਇਹ ਸੋਲੂਸ਼ਨ ਮਿਲ ਸਕਦਾ ਹੈ। ਹਜ਼ੂਰ ਦੀ ਬਾਣੀ ਦੇ ਵਿੱਚ ਅੱਜ ਦੀ ਪਹਿਲੀ ਪੰਕਤੀ ਨਾਮ ਦੇ ਅਗਲੇ ਸੋਰਸ ਦਾ ਡਿਸਕਸ਼ਨ ਕਰਨਾ ਚਾਹੁੰਦੀ ਹੈ। ਨਾਮ ਕਿੱਥੋਂ ਉਪਜਦਾ ਹੈ? ਮੈਨੂੰ ਕਿਵੇਂ ਨਾਮ ਮਿਲੇਗਾ? ਸਾਹਿਬ ਨੇ ਪਹਿਲੀ ਪੰਕਤੀ ਵਿੱਚ ਦੋ ਸ਼ਬਦ ਸਾਹਮਣੇ ਸਾਡੇ ਮੂਹਰੇ ਰੱਖੇ ਹਨ। ਪੂਰੇ ਗੁਰੂ। ਗੁਰੂ ਸ਼ਬਦ ਆਪਣੇ ਆਪ ਵਿੱਚ ਡਿਫਾਈਨਡ ਹੈ। ਗੁ ਦਾ ਅਰਥ ਹੈ ਹਨੇਰਾ ਔਰ ਰੂ ਹੈ ਉਸ ਨੂੰ ਮਿਟਾਉਣ ਵਾਲਾ। ਮੇਰੇ ਮਨ ਦੇ ਵਿੱਚ ਜੋਤ ਤਾਂ ਹੈ ਹੀ, ਬਟ ਉਹਦੇ ਅੱਗੇ ਇੱਕ ਪਰਦਾ ਹੈ। ਉਸ ਪਰਦੇ ਨੂੰ ਹਟਾਉਣਾ ਗੁਰੂ ਦਾ ਰੋਲ ਹੈ। ਜੋਤ ਪ੍ਰਗਟ ਹੋਣ ਵਾਸਤੇ ਸਾਨੂੰ ਗੁਰੂ ਕੋਲ ਜਾਣਾ ਹੋਏਗਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ। ਗੁਰੂ ਸਾਖੀ ਜੋਤ ਪ੍ਰਗਟ ਹੋਏ। ਇਸ ਜੋਤ ਨੂੰ ਪ੍ਰਗਟ ਕਰਨ ਲਈ ਗੁਰੂ ਦੇ ਨਾਲ ਜਾਣਾ ਪਏਗਾ, ਗੁਰੂ ਦੇ ਕੋਲ ਜਾਣਾ ਪਏਗਾ। ਹਜ਼ੂਰ ਨੇ ਇਸ ਜੋਤ ਨੂੰ ਨਾਮ ਵੀ ਕਿਹਾ ਹੈ ਔਰ ਅੱਜ ਇਹੀ ਗੱਲ ਸਾਡੇ ਸਾਹਮਣੇ ਰੱਖਦੇ ਹਨ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਨਾਮ ਇੱਕ ਸੋਲਿਊਸ਼ਨ ਹੈ ਜੀਵਨ ਦਾ, ਔਰ ਉਹ ਮੇਰੇ ਕੋਲ ਉਹਦਾ ਕਨੈਕਸ਼ਨ ਹਾਜ਼ਰ ਨਹੀਂ ਹੈ। ਉਹ ਮੇਰਾ ਗੁਰੂ ਮੈਨੂੰ ਦੇਗਾ। ਮੂਲ ਮੰਤਰ ਦੇ ਵਿੱਚ, ਜਪਜੀ ਸਾਹਿਬ ਦੇ ਵਿੱਚ ਅਖੀਰਲੀ ਸ਼ਬਦ ਗੁਰਪ੍ਰਸਾਦ ਹੈ। ਗੁਰੂ ਦੇ ਪ੍ਰਸਾਦ ਰਾਹੀਂ, ਗੁਰੂ ਦੀ ਕਿਰਪਾ ਨਾਲ, ਇਹ ਗੁਰੂ ਪ੍ਰਸਾਦ ਦੀ ਹੀ ਇੱਕ ਪ੍ਰਗਟ ਪੰਕਤੀ ਹੈ। ਪਰ ਨਾਲ ਹਜ਼ੂਰ ਨੇ ਪੂਰੇ ਗੁਰੂ ਵੀ ਕਿਹਾ ਹੈ। ਮੈਨੂੰ ਕਿਵੇਂ ਪਤਾ ਲੱਗੇਗਾ ਪੂਰਾ ਗੁਰੂ ਕੌਣ ਹੈ? ਮੈਂ ਹੁਣ ਕਿਸੇ ਕੋਲ ਨਾਮ ਲੈਣ ਚਲਾ ਗਿਆ, ਨਾ ਤਾਂ ਮੈਨੂੰ ਪਤਾ ਹੈ ਨਾਮ ਕੀ ਹੈ, ਨਾ ਮੈਨੂੰ ਪਤਾ ਹੈ ਨਾਮ ਦਾ ਐਕਸਪੀਰੀਅੰਸ ਕੀ ਹੈ। ਔਰ ਜਿਸ ਕੋਲ ਗਿਆ ਉਹਦੇ ਕੋਲ ਐਕਸਪੀਰੀਅੰਸ ਹੈ ਵੀ ਕਿ ਨਹੀਂ ਹੈ, ਤਾਂ ਉਹ ਮੈਨੂੰ ਦੇ ਸਕਦਾ ਹੈ ਕਿ ਨਹੀਂ। ਮੈਂ ਤਾਂ ਸਿਰਫ ਉਹੀ ਚੀਜ਼ ਦੇਖਦਾ ਹਾਂ ਜੋ ਮੈਂ ਜੀਵਨ 'ਚੋਂ ਸ਼ੁਰੂ ਤੋਂ ਦੇਖਦਾ ਆਇਆ ਹਾਂ। ਆਪਣੀ ਇੰਦਰੀਆਂ ਤੋਂ ਜੱਜ ਕਰਦਾ ਹਾਂ ਠੀਕ ਔਰ ਸਹੀ ਕੀ ਹੈ, ਔਰ ਇੱਥੇ ਵੀ ਇਹੀ ਕਰਾਂਗਾ। ਕਿਸ ਤਰ੍ਹਾਂ ਦਾ ਦਿਖਦਾ ਹੈ, ਕਿਸ ਤਰ੍ਹਾਂ ਦਾ ਬੋਲਦਾ ਹੈ, ਕੀ ਪਹਿਰਾਵਾ ਹੈ, ਕੀ ਡੋਲ ਹੈ, ਕੀ ਚਾਲ ਹੈ, ਜੋ ਅੱਖਾਂ ਦੇਖੀ, ਕੰਨਾਂ ਸੁਣੀ, ਉਸੇ ਤੋਂ ਜੱਜ ਕਰਾਂਗਾ। ਪਰ ਇਹੀ ਜੱਜਮੈਂਟ ਤਾਂ ਮੇਰੇ ਜੀਵਨ ਦਾ ਟਰੈਪ ਹੈ। ਮੈਂ ਜੀਵਨ ਦੇ ਆਰੰਭ ਤੋਂ ਇਸੇ ਜੱਜਮੈਂਟ ਕਰਕੇ ਤਾਂ ਬਾਰ-ਬਾਰ ਡਿੱਗਦਾ ਜਾਂਦਾ ਹਾਂ
ਔਰ ਐਸੇ ਨੂੰ ਮੈਂ ਗੁਰੂ ਵਿੱਚ ਵੀ ਵਰਤਣਾ ਸ਼ੁਰੂ ਕਰ ਦਿਆਂਗਾ। ਇੱਕ ਹੋਰ ਟਰੈਪ ਖੜਾ ਹੋ ਜਾਏਗਾ। ਪਰ ਇਹ ਸਿਰਫ ਗੱਲ ਇੱਥੇ ਨਹੀਂ ਮੁੱਕਦੀ ਹੈ। ਜੀਵਨ ਦੇ ਵਿੱਚ ਮੈਂ ਜੀਵਨ ਨੂੰ ਗਲਤ ਜਾਣ ਕੇ ਗਲਤੀਆਂ ਕਰਦਾ ਹਾਂ, ਉਹ ਜੀਵਨ ਦੇ ਅੰਦਰ ਹਨ। ਪਰ ਅਧਿਆਤਮ ਵਿੱਚ ਜਦੋਂ ਮੈਂ ਗਲਤੀ ਕਰਦਾ ਹਾਂ ਤਾਂ ਉੱਥੇ ਮੈਂ ਇੱਕ ਦਰਵਾਜ਼ਾ ਬੰਦ ਕਰ ਦਿੰਦਾ ਹਾਂ, ਜਿਹੜਾ ਮੇਰਾ ਸੋਲਿਊਸ਼ਨ, ਜਿਹਦੇ ਵਿੱਚ ਮੇਰੇ ਸੋਲਿਊਸ਼ਨਸ ਹਨ। ਮੈਂ ਗਲਤ ਗੁਰੂ ਨੂੰ ਗੁਰੂ ਜਾਣ ਲਿਆ ਤਾਂ ਮੈਂ ਗਲਤ ਰਾਹ ਟੁਰ ਗਿਆ। ਹੁਣ ਜਦ ਤੱਕ ਇਸ ਐਕਸਪੀਰੀਅੰਸ ਤੋਂ ਮੈਂ ਫਾਰਗ ਨਹੀਂ ਹੋਵਾਂਗਾ, ਗੁਰੂ ਨਹੀਂ ਜਾਣ ਪਾਵਾਂਗਾ। ਤਾਂ ਮਾਇਆ ਦਾ ਇੱਕ ਹੋਰ ਖੇਡ ਮੇਰੇ ਸਾਹਮਣੇ ਆ ਗਿਆ, ਜਿਹੜਾ ਮੇਰੇ ਅਧਿਆਤਮ ਨਾਲ ਖੇਡਦਾ ਹੈ, ਜਿਹੜਾ ਮੇਰੇ ਸੋਲਿਊਸ਼ਨਸ ਨਾਲ ਖੇਡਦਾ ਹੈ। ਤਾਂ ਇਸ ਕਰਕੇ ਗੁਰੂ ਦੇ ਭਾਵ ਵਿੱਚ ਸਾਨੂੰ ਭੁਲੇਖਾ ਹੋਣਾ ਇੱਕ ਸਪਿਰਿਚੁਅਲ ਡੈਥ ਹੈ। ਕਿਉਂਕਿ ਸਾਹਿਬ ਨੇ ਸਾਨੂੰ ਦੱਸਿਆ ਹੈ, ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਅਗਰ ਆਵਾਗਮਨ, ਇਹ ਭਟਕਣ, ਇਹ ਸਰਚ, ਇਹ ਇਨਕੰਪਲੀਟਨੈਸ ਇਹ ਖਤਮ ਹੋਣੀ ਹੈ ਤਾਂ ਗੁਰੂ ਦੇ ਕੋਲ ਜਨਮ ਲੈ ਕੇ ਹੋਣੀ ਹੈ। ਮਹਾਰਾਜ ਅੱਜ ਕਹਿ ਰਹੇ ਹਨ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਪਰ ਪੂਰਾ ਗੁਰੂ ਕੌਣ ਹੈ? ਮੇਰੇ ਕੋਲ ਤਾਂ ਕੋਈ ਮੈਥਡ ਨਹੀਂ ਹੈ ਟੂ ਨੋ। ਮੈਂ ਤਾਂ ਸਿਰਫ ਆਪਣੇ ਅਧੂਰੇਪਨ ਚੋਂ ਜੋ ਜੱਜ ਕਰਾਂਗਾ, ਉਹ ਗਲਤ ਹੀ ਸਿਸਟਮ ਚੋਂ ਜੱਜ ਕਰਾਂਗਾ। ਇੱਕ ਸਾਖੀ ਦੇ ਵਿੱਚ ਸਾਨੂੰ ਗੁਰੂ ਦੇ 3 ਦਰਸ਼ਨ ਦੱਸੇ ਜਾਂਦੇ ਹਨ। ਗੁਰੂ ਨਿਰੰਕਾਰ ਹੈ, ਜੋ ਪੂਰਨ ਗੁਰੂ ਹੈ ਇਸ ਜੀਵਨ ਦਾ, ਉਹ ਰੱਬ ਆਪ ਹੈ। ਫਿਰ ਉਸ ਤੋਂ ਪ੍ਰਗਟ ਉਪਦੇਸ਼ ਜੋ ਗੁਰੂ ਦਾ ਹੈ। ਅਗਰ ਸਿੱਖ ਮੈਥਡ ਆਫ ਲਾਈਫ ਨੂੰ ਜਾਣ ਕੇ ਸਾਹਮਣੇ ਰੱਖ ਕੇ ਵਿਚਾਰੀਏ ਤਾਂ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰੂ ਹਨ। ਪਰ ਗੁਰੂ ਦੀ ਫਿਜ਼ੀਕਲ ਡਾਇਮੈਂਸ਼ਨ ਵੀ ਹੈ। ਉਹ ਪਦਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਦਿੱਤੀ ਹੈ। ਤਾਂ ਮਹਾਰਾਜ ਨੇ ਇਹ ਵੀ ਨਾਲ ਸਾਨੂੰ ਕਿਹਾ ਹੈ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਸੇ ਔਰ ਪੂਜਾ ਅਕਾਲ ਕੀ। ਇਹ 3 ਡਾਇਮੈਂਸ਼ਨ ਜੀਵਨ ਦੀਆਂ ਜੁੜ ਜਾਂਦੀਆਂ ਹਨ। ਗੁਰੂ ਨੂੰ ਅਸੀਂ ਸ਼ਬਦ ਜਾਣਿਆ ਹੈ ਤਾਂ ਉਹ ਫਿਜ਼ੀਕਲ ਡਾਇਮੈਂਸ਼ਨ ਤੋਂ ਪਰੇ ਹੋ ਜਾਂਦਾ ਹੈ। ਮਹਾਰਾਜ ਸਾਨੂੰ ਦੱਸਦੇ ਹਨ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਨਾਮ ਕਿੱਥੋਂ ਮਿਲੇਗਾ, ਇਹ ਤਾਂ ਦੱਸ ਰਹੇ ਹਨ। ਐਸੇ ਬਾਣੀ ਵਿੱਚ ਅੱਗੇ ਵੀ ਦੱਸਣਗੇ ਕਿ ਗੁਰੂ ਨਾਨਕ ਸਾਹਿਬ ਦਾ ਕੌਣ ਗੁਰੂ ਹੈ। ਔਰ ਉੱਥੇ ਇਹਨਾਂ ਡਾਇਮੈਂਸ਼ਨਸ ਨੂੰ ਵਿਚਾਰਨਾ ਵੀ ਬਣੇਗਾ ਕਿ ਨਿਰੰਕਾਰ ਵੀ ਗੁਰੂ ਹੈ, ਜੋ ਸ਼ਬਦ ਦੇ ਰਾਹੀਂ ਪ੍ਰਗਟ ਹੋ ਰਿਹਾ ਹੈ ਸਾਡੇ ਅੱਗੇ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। 3 ਦਿਨ ਦਾ ਬਹੀ ਨਦੀ ਦਾ ਐਕਸਪੀਰੀਅੰਸ ਗੁਰੂ ਨਾਨਕ ਸਾਹਿਬ ਦਾ ਹੈ। ਇਸ ਤੇ ਕਈ ਵਿਚਾਰ ਉੱਠਦੇ ਹਨ ਕਿ ਹਜੂਰ ਲੋਪ ਹੋ ਗਏ ਹਨ, ਸਰੀਰ ਨਹੀਂ ਲੱਭ ਰਿਹਾ ਹੈ। ਉਸ ਤੇ ਕਈ ਗੱਲਾਂ ਕੀਤੀਆਂ ਗਈਆਂ ਹਨ। ਪਰ ਜਦੋਂ ਹਜੂਰ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਅਸੀਂ ਇਹ ਕਨਕਲੂਜਨ ਦਾ ਡਰਾਅ ਕਰ ਸਕਦੇ ਹਾਂ ਉਹਨਾਂ ਦੀ ਬਾਣੀ ਤੋਂ ਹੀ, ਕਿ ਇਹ ਜਿਹੜਾ 3 ਦਿਨ ਦਾ ਸਮਾਂ ਹੈ, ਜਦੋਂ ਸਾਨੂੰ ਗੁਰੂ ਨਾਨਕ ਸਾਹਿਬ ਦਾ ਸਮਾਂ ਰੁਕ ਗਿਆ ਹੈ ਸਾਡੇ ਲਈ, ਉਹ ਨਹੀਂ ਹਨ ਸਮੇਂ ਦੇ ਅੰਦਰ। ਤਾਂ ਉਹ ਸਮੇਂ ਦੇ ਉਸ ਵੇਲੇ ਉਸ ਸ਼ਬਦ ਦੇ ਦਰਸ਼ਨ ਦੇ ਵਿੱਚ ਹਨ। ਉਹ ਸ਼ਬਦ ਦੇ ਰੂਪ ਵਿੱਚ ਅੰਤਰ ਆਤਮਾ ਦੇ ਵਿੱਚ ਅੰਤਰ ਧਿਆਨ ਹਨ। ਉਹਨਾਂ ਦੀ ਬਾਣੀ ਤੋਂ ਬਾਰ-ਬਾਰ ਸ਼ਬਦ, ਨਾਮ, ਹੁਕਮ, ਇਹਨਾਂ ਸ਼ਬਦਾਂ ਦਾ ਪ੍ਰਗਟ ਹੋਣਾ ਇਹ ਨਿਸ਼ਾਨ ਦਿੰਦਾ ਹੈ ਕਿ ਸਾਹਿਬ ਤੋਂ ਜਿੱਥੋਂ ਨਿਕਲੇ ਹਨ, ਜਿੱਥੋਂ ਸੋਰਸ ਬਣਿਆ ਹੈ, ਜਿੱਥੋਂ ਇਹ ਜਰਨੀ ਸ਼ੁਰੂ ਹੋਈ ਹੈ,
ਉੱਥੇ ਸ਼ਬਦ ਦਾ ਐਕਸਪੀਰੀਅੰਸ ਬਹੁਤ ਗਹਿਨ ਹੈ, ਤਾਂ ਸਾਰੇ ਜੀਵਨ ਵਿੱਚ ਉਹਦੀ ਛਾਪ ਛੁੱਟ ਗਈ ਹੈ। ਉਹੀ ਸਾਨੂੰ ਦਰਸ਼ਨ ਪ੍ਰਗਟ ਮਿਲਦੇ ਹਨ। ਫਿਜ਼ੀਕਲ ਡਾਇਮੈਂਸ਼ਨ ਤੋਂ ਬਿਯੋਂਡ ਜਾ ਕੇ ਗੁਰੂ ਨੂੰ ਜਾਣਨਾ ਇੱਕ ਮੈਨੂੰ ਲੱਗਦਾ ਹੈ ਨਵੀਂ ਗੱਲ ਹੈ, ਪਰ ਇਹ ਪਹਿਲੇ ਵੀ ਹੋਈ ਹੈ। ਪਰ ਇਸ ਨਾਲ ਜੁੜਿਆ ਕਿਵੇਂ ਜਾਏਗਾ? ਜਪਜੀ ਸਾਹਿਬ ਵਿੱਚ ਸਾਨੂੰ ਕਹਿੰਦੇ ਹਨ, ਸਾਹਿਬ ਗਾਵੀਏ ਸੁਣੀਏ, ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਪਜੀ ਸਾਹਿਬ ਵਿੱਚ ਅਸੀਂ ਇਹ ਵਿਚਾਰੀ ਸੀ ਗੱਲ। ਹਜ਼ੂਰ ਨਾਲ ਬੈਠ ਕੇ ਉਹਨਾਂ ਦੇ ਸ਼ਬਦ ਵਿਚਾਰਨੇ ਇੱਕ ਬਹੁਤ ਲਾਈਫ ਚੇਂਜਿੰਗ ਐਕਸਪੀਰੀਅੰਸ ਹੋ ਸਕਦਾ ਹੈ। ਇਹ ਮੇਰਾ ਧੋਖਾ ਹੈ ਕਿ ਮੈਂ ਇਹ ਨਹੀਂ ਜਾਣਦਾ ਕਿ ਗੁਰੂ ਹਾਜ਼ਰ ਨਹੀਂ ਹੈ ਮੇਰੇ ਅੱਗੇ। ਨਾਮ ਔਰ ਮਨ ਦੇ ਇਹਨਾਂ ਦਰਸ਼ਨਾਂ ਦੇ ਵਿੱਚ ਗੁਰੂ ਹਾਜ਼ਰ ਹੈ, ਔਰ ਹਜ਼ੂਰ ਇਸ ਨੂੰ ਅੱਜ ਪ੍ਰਗਟ ਰੂਪ ਵਿੱਚ ਸਾਨੂੰ ਦੱਸ ਰਹੇ ਹਨ। ਅਗਰ ਮੈਂ ਗੁਰੂ ਨੂੰ ਲੱਭਣ ਨਾ ਜਾਵਾਂ ਪਰ ਨਾਮ ਨੂੰ ਲੱਭਾਂ ਤਾਂ ਗੁਰੂ ਹਾਜ਼ਰ ਹੋ ਜਾਏਗਾ, ਕਿਉਂਕਿ ਗੁਰੂ ਹੀ ਨਾਮ ਦੇ ਸਕਦਾ ਹੈ ਮੈਨੂੰ। ਤਾਂ ਮੈਨੂੰ ਲੱਗਦਾ ਹੈ ਮੇਰੀ ਇਹ ਫਿਜ਼ੀਕਲ ਸਰਚ ਇੱਕ ਫਿਜ਼ੀਕਲ ਗੁਰੂ ਚੋਗੇ ਪਾਏ ਕੇ ਜਾਂ ਨਾਟਕ ਵਾਲੇ, ਨਾਟਕ ਹੀ ਤਾਂ ਹੈ, ਥੋੜਾ ਜ਼ਿਆਦਾ ਹੀ ਹੈ ਕਈ ਵਾਰ, ਤੇ ਪੂਰਾ ਹੀ ਨਾਟਕ ਹੈ ਕਈ ਜਗ੍ਹਾ ਤੇ। ਨਾਟਕ ਵਾਲੇ ਇੱਕ ਸਰੀਰ ਨੂੰ ਲੱਭ ਕੇ ਗੁਰੂ ਕਹਿਣੋ ਆਪਣੇ ਅਧਿਆਤਮ ਨਾਲ ਧੋਖਾ ਕਰਨਾ ਹੈ। ਮੈਂ ਅਗਰ ਨਾਮ ਵੱਲ ਆਪਣੇ ਜੀਵਨ ਨੂੰ ਟੋਰਾਂਗਾ ਤਾਂ ਗੁਰੂ ਮੇਰੇ ਸਾਹਮਣੇ ਦਰਸ਼ਨ ਆ ਜਾਣਗੇ। ਮੈਨੂੰ ਇਸ ਪੰਕਤੀ ਤੋਂ, ਪਹਿਲੀ ਪੰਕਤੀ ਤੋਂ ਇਹੀ ਭਾਵ ਦਿਖਦਾ ਹੈ ਕਿ ਗੁਰੂ ਪੂਰੇ ਗੁਰ ਤੇ ਨਾਮ ਪਾਇਆ ਜਾਏ। ਨਾਮ, ਅਸੀਂ ਨਾਮ ਵੱਲ ਜਾਵਾਂਗੇ ਤੇ ਗੁਰੂ ਹੀ ਸਾਨੂੰ ਨਾਮ ਦੇਗਾ। ਔਰ ਸਾਹਿਬ ਨੇ ਅਗਰ ਅਲਟੀਮੇਟ ਸਪਿਰਿਚੁਅਲ ਐਕਸਪੀਰੀਅੰਸ ਕੁਛ ਜਾਣਿਆ ਹੈ, ਕੁਛ ਦੱਸਿਆ ਹੈ, ਕੁਝ ਸਮਝਾਇਆ ਹੈ, ਤਾਂ ਉਹ ਗੁਰੂ ਪ੍ਰਸਾਦ ਦੇ ਵਿੱਚ ਰਿਵੀਲ ਹੁੰਦਾ ਹੈ। ਜਿਵੇਂ ਕਿ ਗੁਰਪ੍ਰਸਾਦ ਮੈਨੂੰ ਟਰਾਂਸਫਾਰਮ ਕਰ ਦੇਗਾ, ਮੇਰੇ ਮਨ ਨੂੰ ਟਰਾਂਸਫਾਰਮ ਕਰ ਦੇਗਾ। ਮੇਰਾ ਮਨ ਫਿਰ ਭਟਕਣਾ ਬੰਦ ਕਰ ਦੇਗਾ। ਮੈਂ ਭਟਕ ਰਿਹਾ ਹਾਂ, ਮੈਂ ਹੁਣ ਵੀ ਆਪਣਾ ਸੁੱਖ ਜੀਵਨ ਵਿੱਚ ਲੱਭ ਰਿਹਾ ਹਾਂ, ਇਹ ਮੇਰਾ ਭੁਲੇਖਾ ਹੈ। ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਸਾਡੇ ਜੀਵਨ ਵਿੱਚ ਕਈ ਭੁਲੇਖੇ ਹਨ, ਔਰ ਉਹਨਾਂ 'ਚੋਂ ਇੱਕ ਭੁਲੇਖਾ ਗੁਰੂ ਦਾ ਹੈ। ਜਦੋਂ ਅਸੀਂ ਸਰੀਰ ਨੂੰ ਹੀ ਗੁਰੂ ਸਮਝ ਕੇ ਲੱਭਣ ਨਿਕਲ ਪੈਂਦੇ ਹਾਂ। ਗੁਰੂ ਸਾਹਿਬ ਇਸ ਬੰਦ ਵਿੱਚ, ਇਸ ਪਦੇ ਦੇ ਵਿੱਚ, ਇਸ ਪੰਕਤੀ ਦੇ ਵਿੱਚ ਗੁਰੂ ਔਰ ਨਾਮ ਨੂੰ ਇਸ ਤਰ੍ਹਾਂ ਜੋੜ ਕੇ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਗਾਵੀਏ ਸੁਣੀਏ, ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਹ ਹੁਣ ਇੱਕ ਪ੍ਰੈਕਟੀਕਲ ਰਿਐਲਿਟੀ ਬਣ ਜਾਂਦੀ ਹੈ ਮੇਰੇ ਵਾਸਤੇ। ਇਹ ਮੈਨੂੰ ਲੱਗਦਾ ਹੈ ਕਿ ਗੁਰੂ ਦੇ ਕਨਸੈਪਟ ਨੂੰ ਸਮਝ ਲੈਣਾ ਜੀਵਨ ਦੇ ਬੜੇ ਧੋਖਿਆਂ ਨੂੰ ਦੂਰ ਕਰਨ ਦਾ ਰੋਲ ਪਲੇ ਕਰਦਾ ਹੈ। ਔਰ ਅਸੀਂ ਬਾਦਫਾ ਗਲਤ ਗੁਰੂ ਬਣਾ ਕੇ ਜੀਵਨ ਹੀ ਗਵਾ ਬੈਠਦੇ ਹਾਂ। ਪੂਰੇ ਗੁਰ ਨੂੰ ਬੜਾ ਹੀ ਨਿਰਾਲਾ ਸ਼ਬਦ ਹੈ ਪੂਰਾ, ਜੋ ਅੱਜ ਵੀ ਮਨ ਭਟਕ ਰਿਹਾ ਹੈ ਆਪਣੇ ਸੱਤ ਨੂੰ ਲੱਭਣ ਲਈ। ਉਹ ਪੂਰਾ ਨਹੀਂ ਹੈ। ਪੂਰਾ ਉਹ ਹੈ ਜੋ ਆਪਣੇ ਆਪ 'ਚ ਪਰਿਪੂਰਨ ਹੈ, ਜਿਹਦੇ ਆਨਸਰਸ ਉਹਦੇ ਅੰਦਰ ਹੀ ਨਾਲ ਹਾਜ਼ਰ ਹਨ। ਉਹਨੂੰ ਹੁਣ ਬਾਹਰ ਲੱਭਣ ਦੀ ਲੋੜ ਨਹੀਂ ਹੈ। ਫਿਰ ਇਹ ਵੀ ਮੈਂ ਦੇਖ ਨਹੀਂ ਪਾਉਂਦਾ ਹਾਂ, ਕਿਉਂਕਿ ਮੇਰੇ ਕੋਲ ਉਹ ਅੱਖਾਂ ਹੀ ਨਹੀਂ ਹਨ। ਮੈਂ ਕੇਵਲ ਸ਼ਬਦ ਔਰ ਨਾਮ ਦੇ ਵਿੱਚ ਲੀਨ ਕਰਕੇ ਮਨ ਨੂੰ ਇੱਕ ਜਰਨੀ ਤੇ ਨਿਕਲ ਸਕਦਾ ਹਾਂ, ਜਿੱਥੇ ਗੁਰੂ ਔਰ ਹੁਕਮ ਹਾਜ਼ਰ ਹੋ ਜਾਣਗੇ, ਜਿੱਥੇ ਮੈਂ ਸਨੇ ਸਨੇ ਝੂਠ ਨੂੰ ਤਿਆਗਣ ਦੀ ਆਦਤ ਪਾ ਲਵਾਂਗਾ, ਆਪਣੀ ਆਈਡੈਂਟੀਟੀ ਤੋਂ ਬਿਯੋਂਡ ਜੀਣ ਦਾ ਰਸਤਾ ਪਾ ਲਵਾਂਗਾ, ਮੈਂ ਤੋਂ ਪਰੇ ਚਲੇ ਜਾਵਾਂਗਾ। ਸਾਹਿਬ ਨੇ ਅਗਲੀ ਪੰਕਤੀ ਵਿੱਚ ਇਸ ਨੂੰ ਜੋਤ ਦੀ ਜੁਗਤ ਕਿਹਾ ਹੈ।
जोग का मतलब जुड़ना है। जोग जुगत सच रहे समाए। जिसने नाम पा लिया वो जुड़ गया, उसनूं जुगत आ गई और सच विच समा गया। एक तरह समझिए कि मन अराइव हो गया। मन अपने आप विच, अपने सत विच, अपने घर विच आ गया। मन हुण भटक नहीं रहा, ना लोड़ रही उसनूं, जुड़ गया। यह जुगत मैथड है। ਇੱਥੇ भी बड़े भुलेखे खड़े हो जाते हैं। अनेकां ही धर्मां दे विचों, अनेकां ही गुरुआं दे विचों, अनेकां ही पगडंडियां चों जो धर्म दियां अध्यात्म दियां गिणियां जांदियां हन, उन्हां विच सब विच जुगत की गल चलती है। मैथड की है जुड़न दा, और हर जना निराले तरीके नाल उसनूं पेश करता है। पर इत्थे असीं धोखा खांदे आ। कोई कहता एक बिंदु बना के उस पर ध्यान करो, कोई कहता यह मंत्र लो, इस मंत्र नूं जाप करो। यह सब डिटेल्स विच ना जाके असी एक बेसिक फैक्ट समझ लीए कि हौमे तो परे जाना ही जीवन का अध्यात्म जान सकते हाँ। और हौमे तो परे साहिब ने नाम कहा है। गुरु नानक साहब ने कई शक्तियां नूं सदा हाजिर रूप विच प्रगट दस्या है, जो निरंकार दी प्रतिबिंब हन, रिफ्लैक्शन हन। उहदे विच नाम है। बिन नामे ना ही को थां। कोई थां नहीं है जिथे नाम नहीं है। फाउंडेशन है क्रिएशन का। इस तरह शब्द भी कहा है साहिब ने, इस तरह हुक्म भी कहा है। जिमें कि एक धागे दे 3 अलग पहलू होण, असी एक नूं पकड़ लईए तो दूसरे दोनों मिल जाणगे। पर सानू यह जानना जरूरी है कि नाम विच उतरांगा तो मैं गवा जाएगा। मैं अपने आप नूं पकड़ के रखिया और अपने आप नूं संभालदा रहा तो मैं नाम विच नहीं उतर पावांगा। जुगत जिहड़ी है साहिब कहंदे नाम नाल मिलेगी। नाम दे अभ्यास नाल, नाम दे प्रेम नाल, नाम नूं मन विच रतन नाल, जो कल दे बंध विच साहिब 2 बंधां विच विचार चुके हैं कि मन नूं रंग देना है, नाम दा रंग देना है। और यह नाम और शब्द इक्को गल है। इस पद विच साहिब उस गल ते भी उतर रहे हैं। बा दफ़ा असी अध्यात्म दे जवाब फिजिकल तो दे देंदे हाँ। मैं धर्मी होना है तो मैं सिख हो गया, हुण मैं धर्मी हो गया। एक बड़ा सिंपल क्वेश्चन आंसर मेरे मन की लैवल ते बीतता है, जिथे मैं अपनी आइडेंटिटी नूं एक नाम दे के उत्थे उन्होंने छड्ड दिंदा हाँ और मन नूं शांत कर दिंदा हाँ कि तू पहुँच गया। मैं मुसलमान हाँ, मैनू रब बचा लेगा, मेरा मार्ग बेहतर है। मैं हिंदू हाँ, मेरा मार्ग सब तो बेहतर है, मैं तो बचांगा ही। मैं ईसाई हाँ, क्राइस्ट मैनू आके बचा लेगा। यह एक नवें तरी की आइडेंटिटी ना हुई। जिस चीज़ नूं असीं छड्डना सी, असीं उसे नूं होर तरह एक नवे रूप में प्रगट करके पकड़ लिया। मन ने जिहड़ी चीज़ नूं त्यागना सी, एक बड़े सटल तरीके नाल उसनूं सल्यूशन बना के उसनूं होर गहन रूप में पकड़ चुकिया। मैं हुण मैं अपने रिलीजन नूं सल्यूशन बना के टुर जांदा हाँ। मैनूं हुण यह सकून रहिंदा है आ जन्म कि मैं धर्मी हाँ, मैं तो बच जावांगा, मौत दे सामने नहीं। जदों मौत की घड़ी आती है सारे भुलेखे गिर जाते हैं। असल टेस्ट फिर आ जाता है। उत्थे सच्ची सच निबड़े। हुण सच जिहड़ा है उत्थे निबड़ेगा और मैनू पता है वो होने वाला है।
ਤਾਂ ਮੌਤ ਦੇ ਨੇੜੇ ਆ ਕੇ ਮੈਂ ਬਹੁਤ ਘਬਰਾਉਣਾ ਸ਼ੁਰੂ ਕਰ ਜਾਂਦਾ ਹਾਂ। ਮੈਂ ਬੜੇ ਨੇੜੇ ਤੋਂ ਗੁਰਮੁਖਾਂ ਨੂੰ ਜੀਵਨ ਛੱਡਦੇ ਦੇਖਿਆ, ਉਹਨਾਂ ਨਾਲ ਰਿਹਾ, ਪਰ ਜਦ ਵਾਪਸ ਆ ਗਿਆ ਉਸ ਤੋਂ ਕਈ ਸਾਲ ਬਾਅਦ ਸਰੀਰ ਉਹਨਾਂ ਦਾ ਕੈਂਸਰ ਵਿੱਚ ਆ ਗਿਆ, ਲਿਪਤ ਹੋ ਗਿਆ। ਕੈਂਸਰ ਆਫ ਦ ਲਿਵਰ ਇੱਕ ਬਹੁਤ ਡੇਂਜਰਸ ਕੈਂਸਰ ਹੈ। 2-3-4 ਹਫ਼ਤੇ ਵੱਧ ਤੋਂ ਵੱਧ ਨਿਕਲਦੇ ਹਨ, ਔਰ ਉਹੀ ਹੋਇਆ। ਤਾਂ ਗੱਲ ਕਰਦੇ ਕਰਦੇ ਉਹਨਾਂ ਨੇ ਬੋਲਿਆ ਕਿ ਜਾਮਾ ਬਦਲਣਾ ਪਏਗਾ, ਕੱਪੜੇ ਹੀ ਤੇ ਹਨ, ਤਿਆਗਣੇ ਹਨ। ਪਰ ਇਹ ਇਸ ਤਰ੍ਹਾਂ ਨਹੀਂ ਹੈ ਕਿ ਕਈ ਸਾਲ ਉਹ ਇਸ ਤਿਆਰੀ ਵਿੱਚ ਨਹੀਂ ਸਨ। ਇਸ ਤਰ੍ਹਾਂ ਦੀ ਗੱਲ ਹੈ ਕਿ ਸਾਰਾ ਜਨਮ ਹੀ ਇਸ ਤਿਆਰੀ ਵਿੱਚ ਹੈ ਕਿ ਜਦੋਂ ਛੱਡਣਾ ਹੋ ਸਰੀਰ, ਫਿਰ ਨਾ ਹਾਰੀਏ ਅਸੀਂ। ਭਗਤ ਕਬੀਰ ਨੇ ਵੀ ਇੱਕ ਸ਼ਬਦ ਵਿੱਚ ਕਿਹਾ ਹੈ ਕਿ ਐਸੀ ਕਰਨੀ ਕਰ ਚਲੇ, ਪਿੱਛੇ ਹਾਸੀ ਨਾ ਹੋਏ, ਫੇਲ ਹੋ ਕੇ ਨਾ ਜਾਈਏ ਉਸ ਅਲਟੀਮੇਟ ਟੈਸਟ ਤੋਂ। ਯਾਨੀ ਜੀਵਨ ਆਵਾਗਮਨ ਦੇ ਵਿੱਚ ਨਾ ਚਲਾ ਜਾਏ, ਭਰਮਣ ਦੇ ਵਿੱਚ ਨਾ ਚਲਾ ਜਾਏ, ਠਹਿਰਾਓ ਵਿੱਚ ਖੜ ਜਾਏ, ਤਾਂ ਹੀ ਫਿਰ ਸਰੀਰ ਤੋਂ ਆਜ਼ਾਦ ਜੀਵਨ ਹੋ ਸਕਦਾ ਹੈ। ਪਰ ਸਰੀਰ ਤੋਂ ਆਜ਼ਾਦ ਜੀਵਨ ਹੋਣਾ, ਅਗਰ ਮੈਂ ਧਰਮ ਨੂੰ ਹੀ ਆਪਣੀ ਇੱਕ ਟਰੈਪ ਬਣਾ ਕੇ ਜੀ ਲਵਾਂਗਾ, ਮੈਂ ਆਪਣੇ ਆਪ ਨੂੰ ਸਿੱਖ ਕਹਾ ਲਿਆ, ਪਰ ਸ਼ਬਦ ਨਾ ਵਿਚਾਰਿਆ, ਨਹੀਂ ਮੈਂ ਸਮਾਂ ਦਿੱਤਾ। ਔਰ ਇਹ ਬੜਾ ਵੱਡਾ ਡਿਸਕਸ਼ਨ ਹੈ ਕਿ ਸਿੱਖ ਦਾ ਜੀਵਨ ਕਿਵੇਂ ਹੋਣਾ ਚਾਹੀਦਾ ਹੈ। ਪਰ ਇੱਥੇ ਤਾਂ ਅਸੀਂ ਖੜੇ ਹੋ ਸਕਦੇ ਹਾਂ ਕਿ ਸਿੱਖ ਔਰ ਨਾਮ ਔਰ ਸਿੱਖੀ ਇੱਕ ਰੂਪ ਲੱਗਦੇ ਹਨ। ਇਹ ਮੈਂ ਆਪਣੇ ਆਪ ਨੂੰ ਸਿੱਖ ਕਹਾ ਲਿਆ, ਨਾਮ ਨਾਲ ਨਹੀਂ ਜੁੜਿਆ, ਤਾਂ ਆਪਣੇ ਆਪ ਨੂੰ ਹੀ ਧੋਖਾ ਕਰਾ ਰਿਹਾ ਮੈਂ। ਅਗਲੇ ਬੰਦ ਵਿੱਚ ਸਾਹਿਬ ਐਸੇ ਚੀਜ਼ ਨੂੰ ਸਮਝਾ ਰਹੇ ਹਨ ਕਿ ਬਾਦਫਾ ਜੋ ਲੋਕ ਆਪਣੇ ਆਪ ਨੂੰ ਧਰਮੀ ਕਹਿੰਦੇ ਹਨ, ਉਹ ਧਰਮ ਨੂੰ ਹੀ ਟਰੈਪ ਬਣਾ ਲੈਂਦੇ ਹਨ। 12 ਮਹੇ ਜੋਗੀ ਭਰਮਾਏ, ਸੰਨਿਆਸੀ 6-4। ਜੋਗੀ ਨੇ ਆਪਣੇ ਆਪ ਨੂੰ 12 ਪੰਥਾਂ ਵਿੱਚ ਡਿਵਾਈਨ ਕੀਤਾ ਹੋਇਆ ਹੈ, ਔਰ ਇਹਦੇ ਵਿੱਚ ਹੀ ਉਹ ਭ੍ਰਮਣ ਕਰਦੇ ਰਹਿੰਦੇ ਹਨ ਕਿ ਮੇਰਾ ਪੰਥ ਜ਼ਿਆਦਾ ਨਿਰਾਲਾ ਹੈ, ਜ਼ਿਆਦਾ ਉੱਚਾ ਹੈ। ਇਸੇ ਤਰ੍ਹਾਂ ਸੰਨਿਆਸੀ ਦਾ 6 ਔਰ 4 10 ਵਰਨ ਹਨ। ਉਹ ਵੀ ਸਾਰਾ ਜੀਵਨ ਇੰਨੇ ਵਰਨਾਂ ਦੇ ਹੀ ਚੱਕਰ 'ਚ ਰਹਿੰਦੇ ਹਨ। ਤੁਸੀਂ ਕਿਹੜੇ ਸੰਨਿਆਸੀ ਹੋ, ਕਿਹੜੇ ਵਰਨ ਦੇ ਹੋ। ਯਾਨੀ ਕਿ ਮਨ ਨੂੰ ਡਿਵਾਈਡ ਕਰਨ ਦੀ ਆਦਤ ਹੈ, ਤੋੜਨ ਦੀ ਆਦਤ ਹੈ, ਕਿਉਂਕਿ ਸਾਰਾ ਸੰਭਾਲਿਆ ਨਹੀਂ ਜਾਂਦਾ। ਪੂਰਾ ਮਨ ਨਾਮ ਵਿੱਚ ਰਤਿਆ ਹੈ, ਔਰ ਉਸ ਨੂੰ ਸੰਭਾਲਣ ਲਈ ਆਵਾਗਮਨ ਤੋਂ ਦੂਰ ਜਾਣਾ ਹੈ। ਮਨ ਨੇ ਸਥਿਰਤਾ ਵਿੱਚ ਰਹਿਣਾ ਹੈ। ਮੈਂ ਉਸ ਮਨ ਦੀ ਅਵਸਥਾ ਨੂੰ ਨਹੀਂ ਜਾਣਦਾ ਜਿੱਥੇ ਮਨ ਪੂਰਾ ਹੈ, ਤਾਂ ਮੈਂ ਮਨ ਨੂੰ ਤੋੜਦਾ ਹੀ ਰਹਿੰਦਾ ਹਾਂ। ਐਸੇ ਕਰਕੇ ਆਪ ਦੇਖੋਗੇ ਸਾਰੀ ਸੁਸਾਇਟੀ ਡਿਵਾਈਡਡ ਹੈ, ਔਰ ਹੋਰ ਡਿਵਾਈਡਡ ਹੁੰਦੀ ਜਾ ਰਹੀ ਹੈ। ਅਸੀਂ ਅਨੇਕਾਂ ਤਰੀਕਿਆਂ ਨਾਲ ਡਿਵਾਈਡ ਕਰਦੇ ਹਾਂ ਸੁਸਾਇਟੀ ਨੂੰ। ਹਿੰਦੁਸਤਾਨ ਵਿੱਚ ਇੱਕ ਪੁਰਾਣੀ ਪ੍ਰਥਾ ਹੈ ਕਾਸਟ ਸਿਸਟਮ ਦੀ, ਉਹ ਡਿਵੀਜ਼ਨ ਦਾ ਇੱਕ ਹੋਰ ਤਰੀਕਾ ਹੈ। ਜਿਵੇਂ ਕਿ ਡਿਵਾਈਡ ਕਰਕੇ ਸਕੂਨ ਆ ਗਿਆ ਹੈ, ਪੂਰੇ ਨਾਲ ਨਹੀਂ ਉਲਝਣਾ ਪਏਗਾ। ਛੋਟੇ ਛੋਟੇ ਕਣਕ ਬਣਾ ਕੇ ਉਹਨਾਂ ਨੂੰ ਸਪਰੈਸ ਕਰ ਸਕਦੇ ਹਾਂ। ਇਹ ਆਪਣੇ ਸੁਸਾਇਟੀ ਔਰ ਆਪਣੇ ਆਪ ਨੂੰ ਭੁਲੇਖੇ ਵਿੱਚ ਪਾਉਣ ਦੇ ਤਰੀਕੇ ਹਨ। ਨਿਰੰਕਾਰ ਆਪਣੀ ਪ੍ਰਜਵਲਿਤ ਸ਼ਕਤੀ, ਆਪਣੀ ਜਾਗਦੀ ਜੋਤ ਵਿੱਚ ਹਰ ਕਣਕੇ ਵਿੱਚ ਪੂਰੀ ਤਰ੍ਹਾਂ ਹਾਜ਼ਰ ਹੈ, ਕਿਧਰੇ ਵੀ ਡਿਵਾਈਡਡ ਨਹੀਂ ਹੈ। ਅਗਰ ਕਿਧਰੇ ਵੀ ਡਿਵਾਈਡਡ ਹੋਏਗਾ ਤਾਂ ਉਹ ਅਧੂਰਾ ਹੋ ਗਿਆ। ਚਾਹੇ ਉਹ ਕੋਈ ਵੀ ਕਣਕਾ ਹੋਏ ਸਾਰੀ ਸ੍ਰਿਸ਼ਟੀ ਦਾ, ਉਹਦੇ ਵਿੱਚ ਪੂਰੀ ਤਰ੍ਹਾਂ ਹਾਜ਼ਰ ਹੈ ਨਿਰੰਕਾਰ। ਉਹਦੀ ਜੋਤ, ਉਹਦੀ ਸ਼ਕਤੀ ਪੂਰਨ ਰੂਪ ਵਿੱਚ ਹਰ ਕਣਕੇ ਦੇ ਵਿੱਚ ਇੱਕ ਨਿਰੰਤਰ ਸ਼ਕਤੀ ਫਲੋ ਕਰ ਰਹੀ ਹੈ, ਅਨਇੰਟਰਪਟਿਡ।
ਮੈਂ ਉਸ ਨਾਲ ਨਾਮ ਤੋਂ, ਨਾਮ ਦੇ ਰਸਤੇ ਤੋਂ ਜੁੜ ਸਕਦਾ ਹਾਂ ਗੁਰੂ ਦੇ ਰਾਹੀਂ। ਪਰ ਆਪਣੀ ਆਈਡੈਂਟਿਟੀ ਨੂੰ ਮੈਂ ਆਪ ਹੀ ਭਰਮਣ ਦਾ ਤਰੀਕਾ ਨਾ ਬਣਾ ਲਵਾਂ। ਮੈਂ ਸਿੱਖ ਹਾਂ, ਇਹਦੇ ਵਿੱਚ ਡੂੰਘਾ ਉਤਰਨਾ ਪਏਗਾ। ਮੌਲਾਨਾ ਰੂਮੀ ਨੇ ਬੜੀ ਪਿਆਰੇ ਤਰੀਕੇ ਨਾਲ ਇਸ ਆਈਡੈਂਟੀਫਾਈਡ ਸਟਰਕਚਰਡ ਰਿਲੀਜਨ ਦੀ ਗੱਲ ਕੀਤੀ ਹੈ। ਮੌਲਾਨਾ ਕਹਿੰਦੇ ਹਨ ਕਿ ਧਰਮ ਇੱਕ ਕਾਸਾ ਹੈ, ਦੀਆ ਹੈ, ਜਿਹਦੇ ਵਿੱਚ ਜਿਹੜਾ ਭਾਂਡਾ ਹੈ ਉਹ ਰਿਲੀਜਨ ਹੈ, ਪਰ ਉਹਦੀ ਜੋਤ ਜਿਹੜੀ ਹੈ ਉਹ ਅਧਿਆਤਮ ਹੈ। ਜੋਤ ਇੱਕੋ ਹੀ ਹੈ, ਭਾਂਡਾ ਫਰਕ ਹੋ ਸਕਦਾ ਹੈ। ਅਸੀਂ ਉਸ ਦੀਏ ਦੇ ਨੇੜੇ ਜਾ ਕੇ ਭਾਂਡੇ ਤੱਕ ਹੀ ਸੀਮਿਤ ਰਹਿ ਜਾਈਏ, ਇਹ ਦੋਸ਼ ਹੈ, ਜਿਹੜਾ ਆਸਾ ਦੀ ਵਾਰ ਵਿੱਚ ਵੀ ਸਾਹਿਬ ਨੇ ਸਾਨੂੰ ਦੱਸਿਆ ਹੈ। ਮੁਸਲਮਾਨਾਂ ਸਿਫਤ ਸਰੀਅਤ ਕਰ ਕਰ ਪੜੇ ਪੁਕਾਰ, ਇਹਦੇ 'ਚ ਇਹੀ ਦੱਸਿਆ ਹੈ ਕਿ ਮੇਰੀ ਆਈਡੈਂਟਿਟੀ ਹੀ ਮੇਰਾ ਵਿਗਨ ਬਣ ਜਾਂਦੀ ਹੈ। ਧਾਰਮਿਕ ਹੀ ਸਹੀ, ਮੈਂ ਜੋਤ ਨੂੰ ਨਹੀਂ ਪਾਇਆ, ਕੇਵਲ ਭਾਂਡੇ ਵਿੱਚ ਆਪਣੇ ਆਪ ਨੂੰ ਸਕੂਨ 'ਚ ਰੱਖ ਲਿਆ ਸਾਰੀ ਜ਼ਿੰਦਗੀ। ਨਾ ਮਨ ਨੂੰ ਟਰਾਂਸਫਾਰਮ ਕੀਤਾ, ਨਾ ਮਨ ਦੇ ਵਿੱਚ ਪ੍ਰਗਟ ਸੱਤ ਨੂੰ ਜਾਣਿਆ, ਤਾਂ ਫਿਰ ਇਹੀ ਮੇਰੀ ਆਈਡੈਂਟਿਟੀ, ਮੇਰੀ ਦੀਵਾਰ ਬਣ ਗਈ ਹੈ। ਮਹਾਰਾਜ ਸਾਨੂੰ ਇਸ ਪੰਕਤੀ ਵਿੱਚ ਇਹੀ ਸਮਝਾ ਰਹੇ ਹਨ। ਫਿਰ ਕਿੱਥੇ ਜਾਣਾ ਹੈ? ਫਿਰ ਮਾਰਗ ਕੀ ਹੈ ਮਹਾਰਾਜ? ਅਸੀਂ ਜਿਹੜੀ ਗੱਲ ਵਿਚਾਰੀ ਕਿ ਜਿਹੜੀ ਚੀਜ਼ ਸੰਭਾਲੀ ਨਹੀਂ ਜਾ ਰਹੀ ਉਹਨੂੰ ਅਰਪਣ ਕਰ ਦਈਏ, ਤਾਂ ਹਜ਼ੂਰ ਕਹਿੰਦੇ ਗੁਰ ਕੇ ਸ਼ਬਦ ਜੋ ਮਰ ਜੀਵੇ ਸੋ ਪਾਏ ਮੋਖ ਦੁਆਰ। ਸਾਰੀ ਗੱਲ ਖਤਮ ਹੋ ਜਾਂਦੀ ਹੈ ਇੱਥੇ। ਦਰਅਸਲ ਕੋਈ ਵੀ ਗੱਲ ਇਤਨੀ ਗਹਿਨ ਤਰੀਕੇ ਨਾਲ ਪਕੜ ਲਈ ਜਾਏ, ਜਿੱਥੇ ਉਹ ਪੂਰੀ ਉਤਰ ਰਹੀ ਹੈ, ਉਹਦੇ ਅੱਗੇ ਸਿਰੇ ਦੀ ਗੱਲ ਹੈ। ਹੁਣ ਗੁਰ ਕੇ ਸ਼ਬਦ, ਗੁਰੂ ਦਾ ਸ਼ਬਦ ਗੁਰੂ ਨਾਨਕ ਸਾਹਿਬ ਸਾਨੂੰ ਦੇ ਰਹੇ ਹਨ, ਰਿਵੀਲ ਕਰ ਰਹੇ ਹਨ ਸ਼ਬਦ ਨੂੰ, ਜਿਹੜਾ ਮੈਨੂੰ ਲੱਗਦਾ ਹੈ ਉਹਨਾਂ ਦੇ ਲਾਈਫ ਐਕਸਪੀਰੀਅੰਸ ਦਾ ਕੋਰ ਹੈ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਬਾਣੀ ਕਹਿ ਰਹੀ ਹੈ। ਇਸੇ ਨਿਰਾਲੀ ਬਾਣੀ ਦੇ ਇੱਕ ਪੰਕ ਵਿੱਚ ਅੱਗੇ ਚੱਲ ਕੇ ਅਸੀਂ ਵਿਚਾਰਾਂਗੇ ਗੁਰੂ ਕੌਣ ਹੈ, ਤਾਂ ਇੱਕ ਕਮਾਲ ਦਾ ਜਵਾਬ ਸਾਹਿਬ ਦਾ ਹਾਜ਼ਰ ਹੋਏਗਾ ਗੁਰੂ ਬਾਰੇ। ਜਦੋਂ ਸਿੱਧ ਪੁੱਛਣਗੇ ਗੁਰੂ ਨਾਨਕ ਨੂੰ ਕਿ ਤੁਹਾਡਾ ਗੁਰੂ ਕੌਣ ਹੈ ਗੁਰੂ ਨਾਨਕ, ਤੈਨੂੰ ਕਿੱਥੋਂ ਗਿਆਨ ਹੋਇਆ ਹੈ, ਔਰ ਇਹਦਾ ਜਵਾਬ ਆਏਗਾ ਫਿਰ ਗੁਰ ਕੇ ਸ਼ਬਦ ਜੋ ਮਰ ਜੀਵੇ। ਗੁਰੂ ਦੇ ਸ਼ਬਦ ਦੇ ਰਾਹੀਂ ਮੈਂ ਇਸ ਮਨ ਤੋਂ ਸ਼ੁਰੂ ਹੋਵਾਂਗਾ ਜਿਹੜਾ ਕਾਲਾ ਹੋਇਆ ਸਵਾ। ਮੇਰਾ ਮਨ ਕਾਲਾ ਹੈ। ਕਾਲਾ ਮਤਲਬ ਕੀ ਹੋਇਆ? ਕਾਲੇ ਤੋਂ ਭਾਵ ਹੈ ਕਿ ਇਹ ਮੈਂ ਔਰ ਮੇਰੇ ਹੰਕਾਰ ਨਾਲ ਰਤਿਆ ਹੋਇਆ ਹੈ, ਗ੍ਰੋਸ ਹੈ, ਹੈਵੀ ਹੈ, ਉਡਾਰੀ ਨਹੀਂ ਮਾਰ ਸਕਦਾ। ਹੁਣ ਮੇਰੇ ਤੋਂ ਭਰ ਗਿਆ। ਇਸ ਮੈਂ ਨੂੰ ਮੈਂ ਜਦ ਨਾਮ ਨਾਲ ਜੋੜਨਾ ਸ਼ੁਰੂ ਕਰਦਾ ਹਾਂ ਤਾਂ ਸਨੇਹ ਸਨੇਹ ਨਾਮ ਆਪਣੀ ਜਗ੍ਹਾ ਲੈਣਾ ਸ਼ੁਰੂ ਕਰ ਜਾਂਦਾ ਹੈ। ਵਸਤੂ ਅੰਦਰ ਵਸ ਸਮਾਵੇ, ਦੂਜੀ ਹੋਵੇ ਪਾਸ। ਮੈਂ ਵਸਤੂ ਦੇ ਅੰਦਰ ਦੂਜੀ ਵਸਤੂ ਕੱਢ ਦਿੱਤੀ, ਇੱਕ ਹਾਜ਼ਰ ਹੋ ਗਈ, ਉਹ ਨਾਮ ਹੈ। ਤਾਂ ਸਾਹਿਬ ਕਹਿੰਦੇ ਹਨ ਗੁਰ ਕੇ ਸ਼ਬਦ ਜੋ ਮਰ ਜੀਵੇ। ਜਿਹੜੀ ਮੇਰੀ ਆਈਡੈਂਟਿਟੀ ਹੈ ਉਹ ਮਰਨ ਵਾਲੀ ਆਈਡੈਂਟਿਟੀ ਹੀ ਹੈ। ਉਹਨੇ ਮਰਨਾ ਹੈ ਇੱਕ ਦਿਨ, ਪਰ ਉਸ ਨੂੰ ਅਗਰ ਮੈਂ ਸਦਾ ਲਈ ਰੱਖਣਾ ਹੈ ਤਾਂ ਇੱਕ ਵਿਧੀ ਹੈ ਕਿ ਉਸ ਨੂੰ ਜੀਂਦੇ ਜੀ ਮਾਰਦਿਆਂ, ਪ੍ਰਗਟ ਕਰਦਿਆਂ, ਅਰਪਣ ਕਰਦਿਆਂ ਗੁਰੂ ਅੱਗੇ। ਮਨ ਵੇਚੇ ਸਤਿਗੁਰ ਕੇ ਪਾਸ। ਆਪਣੇ ਮਨ ਨੂੰ ਵੇਚ ਕੇ ਸਤ ਨੂੰ ਪਾ ਲਵਾਂ। ਤਿਸ ਸੇਵਕ ਕੇ ਕਾਰਜ ਰਾਸ। ਮਹਾਰਾਜ ਨੇ ਸਾਨੂੰ ਮਨ ਵੇਚਣ ਦੀ ਗੱਲ ਕਈ ਵਾਰ ਕੀਤੀ ਹੈ। ਸਤ ਨੂੰ ਜਾਣਨ ਲਈ ਮਨ ਨੂੰ ਵੇਚਣਾ ਪਏਗਾ, ਆਪਣੇ ਆਈਡੈਂਟਿਟੀ ਨੂੰ ਤਿਆਗਣਾ ਪਏਗਾ। ਇਸ ਮਨ ਨੂੰ ਜਿਹਨੂੰ ਮੈਂ ਜਾਣਦਾ ਹਾਂ, ਮੇਰੇ ਇੰਦਰੀਆਂ ਤੋਂ ਗਾਈਡਡ ਮਨ, ਇਸ 'ਤੇ ਬਿਆਉਣ ਜਾਣਾ ਪਏਗਾ। ਕੰਚਨ ਸੋ ਪਾਈਏ ਨਹੀਂ ਮੋਲ। ਸੋਨੇ ਨਾਲ ਨਹੀਂ ਮਿਲਦਾ, ਮਨ ਨੂੰ ਵੇਚ ਕੇ ਮਿਲ ਜਾਂਦਾ ਹੈ।
ਪਰ ਮੈਂ ਇਸ ਚੀਜ਼ ਤੋਂ ਹੁਣ ਵਾਕਿਫ ਨਹੀਂ ਹਾਂ, ਮਨ ਨੂੰ ਕਿਵੇਂ ਵੇਚਣਾ ਹੈ। ਤਾਂ ਸਾਹਿਬ ਨਾਮ ਔਰ ਸ਼ਬਦ ਦਾ ਰਸਤਾ ਦੱਸਦੇ ਹਨ। ਮਨ ਨੂੰ ਇਹਨਾਂ ਨਾਲ ਜੋੜ ਦਿਓ, ਗੁਰੂ ਅੱਗੇ ਮਿਲੇਗਾ। ਤਾਂ ਸਾਹਿਬ ਦੇ ਇੱਕ ਸ਼ਬਦ ਵੀ ਬੜਾ ਸਿੱਖਾਂ ਬਾਰੇ, ਗੁਰ ਸਤਿਗੁਰ ਕਾ ਜੋ ਸਿੱਖ ਹਕਾਏ ਸੋ ਪਲਕੇ ਉਠ ਹਰ ਨਾਮ ਧਿਆਏ। ਨਾਮ ਨੂੰ ਧਿਆਣਾ ਸਿੱਖੀ ਦਾ ਆਧਾਰ ਹੈ, ਫਾਊਂਡੇਸ਼ਨ ਹੈ। ਇੱਥੇ ਗੱਲ ਆ ਕੇ ਸਿਰੇ ਤੇ ਆ ਕੇ ਖਲੋ ਜਾਂਦੀ ਹੈ। ਹੁਣ ਸਾਡਾ ਜੀਵਨ ਇਸ ਨਾਮ ਤੋਂ ਬਹੁਤ ਟੁੱਟ ਚੁੱਕਿਆ ਹੈ। ਸਿੱਖੀ ਨੂੰ ਅਸੀਂ ਇੱਕ ਨਵਾਂ ਟਰੈਪ ਬਣਾ ਲਿਆ ਹੈ, ਕਿਉਂਕਿ ਬਿਨਾਂ ਨਾਮ ਦੇ ਸਾਹਿਬ ਅੱਗੇ ਗੱਲ ਚਲਾਉਂਦੇ ਹੀ ਨਹੀਂ ਹਨ ਕਿਧਰੇ ਵੀ। ਔਰ ਨਾਮ ਤੋਂ ਮੈਂ ਔਰ ਮੇਰਾ ਮਨ ਟੁੱਟ ਚੁੱਕਿਆ ਹੈ। ਸਾਹਿਬ ਦੀ ਇਸ ਗੱਲ ਤੇ, ਸ਼ਬਦ ਦੀ ਗੱਲ ਤੇ ਆ ਕੇ ਫਿਰ ਇੱਕ ਗੱਲ ਕੈਟੇਗੋਰੀਕਲ ਅੰਡਰਟੇਕਿੰਗ ਹਜ਼ੂਰ ਦਿੰਦੇ ਹਨ। ਬਿਨ ਸ਼ਬਦੇ ਸਭ ਦੂਜੇ ਲਾਗੇ, ਦੇਖੋ ਹਿਰਦੇ ਵਿਚਾਰ। ਮੁਕਤੀ ਦਾ ਦੁਆਰ ਪਾਣਾ ਹੈ, ਆਜ਼ਾਦੀ ਪਾਣੀ ਹੈ, ਫਰੀडम ਪਾਣਾ ਹੈ, ਸ਼ਬਦ ਦੇ ਰਾਹੀਂ ਮਿਲੇਗਾ, ਨਾਮ ਔਰ ਗੁਰੂ ਦੇ ਰਾਹੀਂ ਮਿਲੇਗਾ। ਇਹ ਦੀਵਾਰ ਕੋਣ ਦੀ ਗਿਰ ਜਾਏਗੀ। ਇਹੀ ਮਹਾਰਾਜ ਦੱਸ ਰਹੇ ਹਨ ਸਾਨੂੰ। ਫਿਰ ਨਾਲ ਕੁਝ ਹੋਰ ਵੀ ਕਹਿ ਰਹੇ ਹਨ ਕਿ ਆਪਣੇ ਹਿਰਦੇ ਦੇ ਅੰਦਰ ਜਾਓ, ਮਨ ਨੂੰ ਟਟੋਲੋ। ਮਨ ਦੇ ਵਿੱਚ ਕੀ ਹੈ? ਵਿਚਾਰ ਹਨ। ਜਾਂ ਤਾਂ ਸ਼ਬਦ ਹੋਏਗਾ ਜਾਂ ਵਿਚਾਰ ਹੋਏਗਾ। ਬਿਨ ਸ਼ਬਦੇ ਸਭ ਦੂਜੇ ਲਾਗੇ। ਅਗਰ ਸ਼ਬਦ ਨਹੀਂ ਹੈ ਤਾਂ ਦੂਜੇ ਵਿਚਾਰ ਹੀ ਚੱਲਣਗੇ। ਅਸੀਂ ਇਹਨਾਂ ਸ਼ਬਦਾਂ ਨੂੰ ਹੀ ਵਿਚਾਰ ਚੁੱਕੇ ਹਾਂ। ਅਨੀਲੇ ਕਾਗਦ, ਮਰਾਠੀ ਦਾ ਜਿਹੜਾ ਪਿਆਰਾ ਸ਼ਬਦ ਹੈ ਕਿ ਗੁੱਡੀ ਉਡਾ ਰਿਹਾ ਹੈ, ਕੋਈ ਗੱਲਾਂ ਕਰਦਾ ਹੈ ਆਪਣੇ ਮਿੱਤਰਾਂ ਨਾਲ, ਪਰ ਧਿਆਨ ਉਹਦੀ ਗੁੱਡੀ ਵੱਲ ਹੈ। ਇਸੇ ਤਰ੍ਹਾਂ ਦਾ ਐਕਸਪੀਰੀਅੰਸ ਸਾਹਿਬ ਨੇ ਜੀਵਨ ਦੇ ਨਾਮ ਨੂੰ ਦੱਸਿਆ ਹੈ। ਸਭ ਕੁਝ ਕਰਦੇ ਹਾਂ ਪਰ ਧਿਆਨ ਨਾਮ ਵੱਲ ਹੈ। ਇਹ ਇੱਕ ਅਵਸਥਾ ਹੈ, ਨਿਰਾਲੀ ਨਹੀਂ ਹੈ। ਸਾਹਿਬ ਜਿਵੇਂ ਦੱਸ ਰਹੇ ਹਨ, ਇਹ ਅਵਸਥਾ ਨਾਮ ਅਭਿਆਸ ਕਰਨ ਨਾਲ ਹਾਜ਼ਰ ਹੈ। ਸੰਗਤੀ ਤੌਰ 'ਤੇ ਅਸੀਂ ਇਕੱਠੇ ਹੋ ਕੇ ਅਭਿਆਸ ਕਰੀਏ, ਇਸ ਤੋਂ ਉੱਤਮ ਕੋਈ ਅਭਿਆਸ ਨਹੀਂ ਹੈ ਮੈਨੂੰ ਲੱਗਦਾ। ਕਿਉਂਕਿ ਸੰਗਤ ਦੇ ਵਿੱਚ ਆ ਕੇ ਮਨ ਦੀ ਆਈਡੈਂਟੀਟੀ ਤੋਂ ਬਿਯੋਂਡ ਜਾ ਕੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਆ। ਇਸ ਮਨ ਨੂੰ ਛੱਡਣ ਲਈ, ਨਾਮ ਦੀ ਸ਼ਕਤੀ ਵਿੱਚ ਹਾਜ਼ਰ ਕਰਨ ਲਈ ਸੰਗਤ ਬੜੀ ਕਾਮਯਾਬ ਰਸਤਾ ਹੈ। ਸ਼ਬਦ ਦੀ ਸੰਗਤ, ਜੁੜਨ ਦੀ ਜੁਗਤ। ਕਿਸੇ ਵੀ ਧਰਮ ਵਿੱਚ ਜੋਤ ਔਰ ਜੁਗਤ ਦੀ ਕਹਾਣੀ ਚੱਲਦੀ ਹੈ। ਗੋਲ ਕੀ ਹੈ ਔਰ ਮੈਥਡ ਕੀ ਹੈ। ਸਾਹਿਬ ਕਹਿੰਦੇ ਹਨ, ਨਿਰੰਕਾਰ ਨੂੰ ਪਾਉਣ ਲਈ ਸ਼ਬਦ ਤੋਂ ਬਿਨਾਂ ਹੋਰ ਕੋਈ ਮੈਥਡ ਨਹੀਂ ਹੈ। ਕੋਈ ਹੋਰ ਮੈਥਡ ਨਹੀਂ ਹੈ। ਉਹਨੂੰ ਨਾਮ ਕੋਈ ਵੀ ਦੇ ਦਿਓ, ਸ਼ਬਦ ਦੇ ਰਾਹੀਂ ਜਾਣਾ ਪਏਗਾ। ਬਿਨ ਸ਼ਬਦੇ ਸਭ ਦੂਜੇ ਲਾਗੇ। ਬਿਨਾਂ ਸ਼ਬਦ ਦੇ ਦੂਸਰੇ ਦੇ ਵਿੱਚ ਹੀ ਮਨ ਲੱਗਿਆ ਰਹੇਗਾ, ਅੰਤਰ ਵਿੱਚ ਵਿਕਾਸ ਵੱਲ ਨਹੀਂ ਜਾਏਗਾ। ਬਿਨ ਸ਼ਬਦੇ ਸਭ ਦੂਜੇ ਲਾਗੇ। ਸਭ ਨੂੰ, ਮਨ ਨੂੰ ਸਭ ਦੂਸਰਾ ਹੀ ਦਿਖੇਗਾ, ਸ਼ਬਦ ਨਹੀਂ ਦਿਖੇਗਾ। ਫਿਰ ਦੇਖੋ ਹਿਰਦੇ ਵਿਚਾਰ। ਆਪਣੇ ਮਨ ਦੇ ਵਿੱਚ ਉਤਰ ਕੇ ਦੇਖ ਲਓ, ਮਹਾਰਾਜ ਕਹਿੰਦੇ ਹਨ, ਕੀ ਹੈ ਉਹਦੇ ਵਿੱਚ। ਜਦੋਂ ਸ਼ਬਦ ਨਹੀਂ ਹੁੰਦਾ ਤਾਂ ਵਿਚਾਰ ਵਿਆਕੁਲ ਹੀ ਕਰਦੇ ਹਨ। ਜਦੋਂ ਸ਼ਬਦ ਨਹੀਂ ਹੁੰਦਾ ਤਾਂ ਫਿਰ ਦੂਸਰੇ ਦੇ ਦਰਸ਼ਨ ਮਨ ਵਿੱਚ ਹੁੰਦੇ ਹਨ। ਇੱਕ ਓਮਕਾਰ ਪ੍ਰਗਟ ਨਹੀਂ ਹੋ ਸਕਦਾ। ਸ਼ਬਦ, ਨਾਮ ਔਰ ਹੁਕਮ ਦੀ ਇਸ ਗੱਲ ਵਿੱਚ ਮਹਾਰਾਜ ਸਾਨੂੰ ਪ੍ਰੇਰ ਰਹੇ ਹਨ ਗੁਰੂ ਨੂੰ ਮਿਲਣ ਵਾਸਤੇ। ਅਖੀਰਲੀ ਪੰਕਤੀ ਵਿੱਚ ਸਾਹਿਬ ਕਹਿੰਦੇ ਹਨ, ਨਾਨਕ ਵੱਡੇ ਸੇਵੜ ਭਾਗੀ, ਜਿਨ ਸੱਚ ਰੱਖਿਆ ਉਰਤਾਰ। ਵੱਡੇ ਭਾਗ ਉਹਨਾਂ ਦੇ ਹਨ ਜੀਵਨ ਦੇ ਵਿੱਚ, ਜਿਨ੍ਹਾਂ ਨੇ ਸੱਚ ਨੂੰ ਜੀਵਨ ਦਾ ਆਧਾਰ ਬਣਾ ਲਿਆ। ਹੁਣ ਇੱਥੇ ਮੈਂ
ਇੰਦਰੀਆਂ ਦੇ ਭੁਲੇਖੇ ਦੇ ਵਿੱਚ ਡਿਜ਼ਾਇਰ ਦੇ ਰਸਤੇ ਚੂਜ਼ ਕਰਦਾ ਹਾਂ ਲਾਈਫ ਦੀ ਚੋਇਸਿਸ, ਤਾਂ ਮੇਰੀ ਚੋਇਸਿਸ ਹੀ ਗਲਤ ਹਨ ਸ਼ੁਰੂ ਤੋਂ। ਮਨ ਦੀਆਂ ਅੱਖਾਂ ਨਾਲ ਮੈਂ ਡਿਸੀਜਨ ਨਹੀਂ ਲਿਆ ਹੈ, ਨਾ ਮੈਂ ਮਨ ਨੂੰ ਜਾਣਿਆ ਹੈ। ਤਾਂ ਜਿਸ ਪ੍ਰੋਡਕਟ ਦੇ ਵਿੱਚ ਮੈਂ ਡੀਲ ਕਰਨ ਲੱਗਾ ਹਾਂ, ਮੈਂ ਉਸੇ ਨੂੰ ਸਟੱਡੀ ਨਹੀਂ ਕੀਤਾ ਹੈ। ਮਹਾਰਾਜ ਕਹਿੰਦੇ ਹਨ ਕਿ ਪਹਿਲਾਂ ਵਸਤ ਸਜਾਣ ਕੇ ਤਾਂ ਕੀਚੇ ਵਪਾਰ। ਅਸੀਂ ਵਪਾਰ ਕਰਨ ਨਿਕਲੇ ਹਾਂ, ਪਹਿਲਾਂ ਵਸਤ ਤਾਂ ਜਾਣ ਲਈਏ ਵਸਤੂ ਕੀ ਹੈ। ਇੱਕ ਟਰੇਡ ਲਈ ਨਿਕਲੇ ਹਾਂ, ਬਿਨਾਂ ਇਹ ਜਾਣੇ ਕਿ ਮੇਰੇ ਕੋਲ ਕੀ ਵਸਤੂ ਹੈ ਔਰ ਮੈਂ ਕਿਸ ਤਰ੍ਹਾਂ ਇਹਨੂੰ ਵੇਚ ਰਿਹਾ ਹਾਂ। ਵੇਚਤਾ ਰਿਹਾ ਹਾਂ, ਪਰ ਮੈਂ ਜਾਣਿਆ ਹੀ ਨਹੀਂ ਕਿ ਕੀ ਵਸਤੂ ਹੈ, ਇਹਦੀ ਫਾਊਂਡੇਸ਼ਨ ਕੀ ਹੈ। ਨਾ ਮੈਂ ਉਹ ਜਾਣਿਆ, ਨਾ ਮੈਂ ਇਹ ਜਾਣਿਆ ਕਿ ਮੇਰੀ ਲਾਈਫ ਦਾ ਅਸਲ ਨੇਚਰ ਕੀ ਹੈ, ਜਾਂ ਲਾਈਫ ਦੀ ਕੋਰ ਵੈਲਿਊਜ਼ ਕੀ ਹਨ ਜਿਹੜੀਆਂ ਸਦਾ ਲਈ ਹਨ, ਸਮੇਂ ਤੋਂ ਪਰੇ ਹਨ। ਤਾਂ ਫਿਰ ਹਜੂਰ ਉਹਨਾਂ ਲੋਕਾਂ ਨੂੰ ਅੱਗੇ ਰੱਖਦੇ ਹਨ ਜਿਹੜੇ ਨਾਮ ਦੇ ਵਿੱਚ ਰਤੇ ਹਨ, ਜਿਨ੍ਹਾਂ ਨੇ ਸੱਚ ਨੂੰ ਨਾਲ ਰੱਖਿਆ ਹੈ, ਨਿਰੰਕਾਰ ਦੇ ਵੱਲ ਮੂੰਹ ਕਰਕੇ ਜੀਂਦੇ ਹਨ। ਇੰਦਰੀਆਂ ਤੋਂ ਉਹ ਪਰੇ ਚਲੇ ਜਾਣਗੇ, ਇਹੀ ਲੱਗਦਾ ਹੈ ਬਾਣੀ ਤੋਂ। ਸਾਹਿਬ ਇੱਕ ਐਸੋਟੈਰਿਕ ਐਕਸਪੀਰੀਅੰਸ ਦੀ ਗੱਲ ਰਿਵੀਲ ਕਰਦੇ ਹਨ, ਸਪਿਰਿਚੁਅਲਿਟੀ ਰਿਵੀਲ ਕਰਦੇ ਹਨ ਸਾਨੂੰ, ਜਿਹਦੇ 'ਚ ਮੈਨੂੰ ਇਹ ਸਮਝ ਆ ਜਾਏ ਕਿ ਜੋ ਮੇਰੀ ਚੋਇਸਿਸ ਹਨ ਉਹਦੇ 'ਚ ਮੇਰੇ ਟੂਲਸ ਹੀ ਗਲਤ ਹਨ। ਇਹਨਾਂ ਇੰਦਰੀਆਂ ਜ਼ਰੀਏ ਮੈਂ ਜੀਵਨ ਨੂੰ ਜ਼ਿਆਦਾ ਜਾਣ ਸਕਦਾ ਹਾਂ, ਪਰ ਅਧਿਆਤਮ ਨੂੰ ਨਹੀਂ। ਅਧਿਆਤਮ ਵਾਸਤੇ ਮੈਨੂੰ ਆਪਣੇ ਅੰਤਰ ਜਾਣਾ ਪਏਗਾ, ਨਾਮ ਦੇ ਨਾਲ ਵਾਹ ਪਾਣਾ ਪਏਗਾ, ਸੰਗਤ ਕਰਨੀ ਪਏਗੀ, ਸ਼ਬਦ ਦੀ ਸਾਂਝ ਕਰਨੀ ਪਏਗੀ। ਇਹ ਪਰਿਵਾਰ ਹੈ ਮੇਰਾ, ਇਹ ਸਿੱਖੀ ਪਰਿਵਾਰ ਹੈ। ਨਾਮ, ਸ਼ਬਦ, ਸੱਚ, ਹੁਕਮ, ਸਹਿਜ, ਇਸ ਪਰਿਵਾਰ ਦੇ ਨਾਲ ਮੈਨੂੰ ਜੀਣਾ ਚਾਹੀਦਾ ਹੈ ਮਨ ਦੇ ਤਹਿ 'ਤੇ, ਔਰ ਬਾਹਰਲਾ ਜੀਵਨ ਇੰਦਰੀਆਂ ਦੀ ਤਹਿ 'ਤੇ ਹੈ। ਬਾਦਫਾ ਮੈਂ ਇਹਨਾਂ ਨੂੰ ਕਨਫਿਊਜ਼ ਕਰ ਦਿੰਦਾ ਹਾਂ ਔਰ ਅਧਿਆਤਮਕ ਜੀਵਨ ਦਾ ਆਧਾਰ ਇੰਦਰੀਆਂ ਬਣਾ ਦਿੰਦਾ ਹਾਂ, ਜਦ ਕਿ ਫਾਊਂਡੇਸ਼ਨ ਕ੍ਰੀਏਸ਼ਨ ਦੀ ਨਾਮ ਔਰ ਸ਼ਬਦ ਦੇ ਰਸਤੇ ਤੋਂ ਹੈ। ਅਧਿਆਤਮ ਨੂੰ ਜਾਣਨ ਲਈ ਨਾਮ ਔਰ ਸ਼ਬਦ ਦੇ ਨਾਲ ਸਾਂਝ ਪਾਣੀ ਜ਼ਰੂਰੀ ਹੈ। ਮੈਂ ਅਰਦਾਸ ਕਰਦਾ ਅਸੀਂ ਸਾਰੇ ਇਸ ਮਾਰਗ ਨੂੰ ਟੁਰੀਏ। ਮੈਂ ਆਪਣੇ ਆਪ ਵੀ ਯਤਨ ਕਰਾਂ, ਤੁਸੀਂ ਵੀ ਕਰੋ। ਅਸੀਂ ਸਾਰੇ ਸ਼ਬਦ ਨੂੰ ਜਾਣਨ ਵੱਲ ਟੁਰੀਏ। ਸਾਹਿਬ ਕਿਰਪਾ ਕਰਨ। ਅੱਜ ਦੀ ਪਦੇ ਦੀ ਵਿਚਾਰ ਇਤਨੀ ਪ੍ਰਵਾਨ ਕਰਨਾ। ਮੈਂ ਅਨੇਕਾਂ ਹੀ ਭੁੱਲਾਂ ਕਰਦਾ ਹਾਂ, ਇਹਨੂੰ ਸ਼ੁੱਧ ਕਰਨ ਲਈ ਜੀ ਆਇਆਂ ਨੂੰ। ਆਪ ਦਾ ਬਹੁਤ ਧੰਨਵਾਦ ਕਿ ਸਾਹਿਬ ਦੇ ਸ਼ਬਦ ਦੇ ਵਿਚਾਰ ਦੇ ਦਰਸ਼ਨ ਆਪ ਦੇ ਰਾਹੀਂ ਮੈਨੂੰ ਮਿਲਦੇ ਹਨ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।